वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਗੱਲ ਕਰ ਰਹੇ ਹਾਂ 1984 ਘੱਲੂਘਾਰੇ ਦੀ ਯਾਦ ਦੇ ਵਿੱਚ ਵਰ੍ਹੇਗੰਢ ਮੌਕੇ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਦੇਖ ਰਹੇ ਹਾਂ ਤੇ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਸ਼ਹੀਦੀ ਸਮਾਗਮ ਨੇ, ਸੈਮੀਨਾਰਸ ਨੇ, ਪ੍ਰੋਟੈਸਟ ਨੇ, ਉਹ ਉਲੀਕੇ ਗਏ ਆ। ਯੂਨਾਈਟਿਡ ਨੇਸ਼ਨਸ ਦੇ ਬਾਹਰ, ਇੱਥੇ ਨਿਊਯਾਰਕ ਦੇ ਵਿੱਚ, ਵਾਸ਼ਿੰਗਟਨ DC, ਸੈਨ ਫਰਾਂਸਿਸਕੋ, ਬ੍ਰਿਟਿਸ਼ ਕੋਲੰਬੀਆ, ਕੈਨੇਡਾ, ਟੋਰਾਂਟੋ, ਆਟੋਵਾ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਸਾਹਮਣੇ ਕੱਲ੍ਹ ਨੂੰ ਜਿਹੜਾ ਪ੍ਰੋਟੈਸਟ ਹੈ ਉਹ ਲੀਕਿਆ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਆ ਹਰ ਸਾਲ ਜੂਨ 1984 ਦਾ ਜਿਹੜਾ ਘੱਲੂਘਾਰਾ ਆ ਉਹਨੂੰ ਸਿੱਖ ਕੌਮ ਜਿਹੜੀ ਆ ਉਹ ਯਾਦ ਕਰਦੀ ਹੈ ਤੇ ਆਪਣਾ ਖਾਲਿਸਤਾਨ ਦੇ ਪ੍ਰਤੀ ਜਿਹੜਾ ਅਹਿਦ ਹੈ ਉਹਨੂੰ ਮੁੜ ਕੇ ਦੁਹਰਾਉਂਦੀ ਆ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਿਹੜਾ ਆਪਣਾ ਸੰਘਰਸ਼ ਹੈ ਉਹ ਜਾਰੀ ਰੱਖਣਾ। ਸੋ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਕਮੈਮੋਰੇਸ਼ਨ ਹਫ਼ਤੇ ਦੀ ਜਿਹੜੀ ਹੈ ਲੜੀ ਨੂੰ ਅੱਗੇ ਤੋਰਦਿਆਂ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਹ ਪੈਨਲ ਡਿਸਕਸ਼ਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਨਾਲ UK ਤੋਂ ਅਮਰੀਕਾ ਦੇ ਵਿੱਚ ਅੱਜ ਆਏ ਹੋਏ ਆ ਡਾਕਟਰ ਇਕਤਦਾਰ ਕਰਾਮਤ ਚੀਮਾ, ਜਿਹੜੇ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਡਵਾਈਜ਼ਰ ਦੇ ਤੌਰ ਦੇ ਉੱਤੇ ਵੀ ਉਹਨਾਂ ਦਾ ਅਹਿਮ ਯੋਗਦਾਨ ਹੈ। ਯੂਨਾਈਟਿਡ ਨੇਸ਼ਨਸ ਵੱਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਚਾਰਟਰ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ ਤੇ ਉਹਨਾਂ ਦੇ ਵਿੱਚ ਵੀ ਡਾਕਟਰ ਚੀਮਾ ਦਾ ਅਹਿਮ ਯੋਗਦਾਨ ਸੀ। ਸੋ ਉਹਨਾਂ ਦਾ ਵੀ ਅਸੀਂ ਅੱਜ ਸਵਾਗਤ ਕਰਦੇ ਹਾਂ। ਨਾਲ ਹੀ ਡਾਕਟਰ ਅਮਰਜੀਤ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ, ਤੇ ਸਰਦਾਰ ਹਿੰਮਤ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਦੀ ਜਿਹੜੀ ਨਾਰਥ ਅਮਰੀਕਾ ਯੂਨਿਟ ਹੈ ਉਹਦੇ ਕੋਆਰਡੀਨੇਟਰ ਇਸ ਵਕਤ ਸਾਡੇ ਨਾਲ ਮੌਜੂਦ ਨੇ ਇਸ ਪੈਨਲ ਡਿਸਕਸ਼ਨ ਦੇ ਲਈ। ਸੋ ਆਓ ਅੱਜ ਇਸ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਗੱਲਬਾਤ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਚੀਮਾ, ਗੱਲਬਾਤ ਤੁਹਾਡੇ ਕੋਲੋਂ ਸ਼ੁਰੂ ਕਰੀਏ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ। ਕਈ ਚਿਰ ਬਾਅਦ ਤੁਸੀਂ ਸਟੂਡੀਓ ਆਏ ਹੋ ਤੇ ਨਿਊਯਾਰਕ ਹੀ ਮਤਲਬ ਕੋਵਿਡ ਕਰਕੇ ਬਹੁਤ ਦਿਨਾਂ ਬਾਅਦ ਜਿਹੜੇ ਆ ਤੁਹਾਡੇ ਦਰਸ਼ਨ ਹੋਏ ਆ। ਸੋ ਪਹਿਲਾਂ ਤੇ ਸਵਾਗਤ ਤੁਹਾਡਾ। ਬਹੁਤ-ਬਹੁਤ ਧੰਨਵਾਦ ਅਮਰਵੀਰ। TV 84 TV ਦੇ ਬਹੁਤ ਸਾਰੇ ਆ, ਇੰਟਰਵਿਊ ਵੀ ਲੈਂਦੇ ਆ, ਪਰ TV 84 ਨੂੰ ਮੈਂ ਆਪਣਾ TV ਸਮਝਣਾ, ਕਿਉਂਕਿ ਇਸ ਵਕਤ ਜਿੰਨੇ ਵੀ ਚੈਨਲ ਹੈਗੇ ਆ ਪੰਜਾਬੀ ਦੇ, ਬਹੁਤ ਸਾਰੇ ਹੁਣ ਚੈਨਲ ਆ ਜਿਨ੍ਹਾਂ ਤੇ ਸੱਭਿਆਚਾਰਕ ਪ੍ਰੋਗਰਾਮ, ਨੱਚਣ ਗਾਉਣ ਦੇ ਪ੍ਰੋਗਰਾਮ ਦੇਖੀਦੇ ਆ ਜੀ। ਪਰ ਜੇ ਕੋਈ ਪੰਥਕ ਵਿਚਾਰਧਾਰਾ ਨੂੰ ਲੈ ਕੇ ਅੱਗੇ ਚੈਨਲ ਚੱਲ ਰਿਹਾ ਤਾਂ TV 84 ਹੈ। ਤੇ ਮੈਂ ਬਹੁਤ-ਬਹੁਤ ਵਧਾਈ ਵੀ ਦਿਆਂ ਕਿ 10 ਸਾਲ ਪਹਿਲਾਂ ਡਾਕਟਰ ਅਮਰਜੀਤ ਸਿੰਘ ਜੀ ਨੇ ਜਿਹੜਾ ਪੰਥਕ ਵਿਚਾਰਾਂ ਨੂੰ ਅੱਗੇ ਤੋਰਨ ਲਈ ਇੱਕ ਉਪਰਾਲਾ ਕੀਤਾ ਸੀ, ਅੱਜ ਉਹਨੂੰ 10 ਸਾਲ ਹੋ ਗਏ ਆ। ਮੈਂ ਸਮਝਦਾ ਵੀ ਜਿਹੜੇ ਵੀ ਚੈਨਲ ਤੁਹਾਡੇ ਨਾਲ ਦੇ ਆ ਜਿਨ੍ਹਾਂ ਨੇ ਪੰਥਕ ਵਿਚਾਰਾਂ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨਾ, ਉਹਨਾਂ ਲਈ ਉਹ ਕਮਰਸ਼ੀਅਲ ਤੇ ਹੁੰਦੇ ਨਹੀਂ, ਬਹੁਤ ਸਾਰੀਆਂ ਔਕੜਾਂ ਹੁੰਦੀਆਂ। ਫਿਰ ਜਿੰਨੇ ਤਗੜੇ ਢੰਗ ਨਾਲ ਤੁਸੀਂ ਮਨੁੱਖੀ ਅਧਿਕਾਰਾਂ ਤੇ, ਸਿੱਖ ਹਿਊਮਨ ਰਾਈਟਸ ਤੇ ਔਰ ਇਨ ਜਨਰਲ ਹਿਊਮਨ ਰਾਈਟਸ ਤੇ ਜਿਹੜਾ ਕੰਮ ਕੀਤਾ ਉਹ ਬਹੁਤ ਸ਼ਲਾਘਾਯੋਗ ਆ। ਤੇ ਤੁਸੀਂ, ਮੈਂ ਸਮਝਦਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਵੀ ਫੇਸ ਕੀਤੀਆਂ ਹੋਣੀਆਂ। ਸਾਡੇ TV 84 ਦੀ ਇਸ ਸਾਲ 10ਵੀਂ ਵਰ੍ਹੇਗੰਢ ਹੈ, ਉਹ ਤੇ ਤੁਹਾਨੂੰ ਵੀ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ। ਸ਼ੁਰੂਆਤ ਕਰੀਏ ਇਸ ਡਿਸਕਸ਼ਨ ਨੂੰ। ਜਦੋਂ ਅਸੀਂ ਮੁੱਖ ਰੱਖਦੇ ਹਾਂ, ਤੁਸੀਂ ਵਿਸ਼ੇਸ਼ ਕਰਕੇ ਆਏ ਹੋ ਸੈਨ ਫਰਾਂਸਿਸਕੋ, ਪਹਿਲਾਂ ਤੁਸੀਂ ਨਗਰ ਕੀਰਤਨ ਦੇ ਵਿੱਚ ਵੀ, ਫਰੀडम ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਹੁਣ ਨਿਊਯਾਰਕ ਤੁਸੀਂ ਪਹੁੰਚੇ ਹੋ ਜਿੱਥੇ ਗੁਰਦੁਆਰਾ ਰਿਚਮੰਡ ਹਿੱਲ ਤੇ ਕੁਈਨਜ਼ ਵਿਲੇਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਐਡਰੈਸ ਕਰਨਾ ਕੱਲ੍ਹ ਨੂੰ ਤੇ ਪਰਸੋਂ ਨੂੰ। ਸੋ ਓਵਰਆਲ ਜਦੋਂ 1984 ਦੀ ਗੱਲ ਹੁੰਦੀ ਹੈ ਜਾਂ ਭਾਰਤ ਦੇ ਨਾਲ ਸਿੱਖਾਂ ਦੇ ਸਬੰਧਾਂ ਦੀ ਗੱਲ ਹੁੰਦੀ ਹੈ, ਇੱਕ ਅਹਿਮ ਮਤਲਬ ਮੁਕਾਮ ਸੀ ਜਿੱਥੇ ਆ ਕੇ, ਜਿੱਥੇ ਇਸ ਮਤਲਬ 84 ਦੇ ਘੱਲੂਘਾਰੇ ਤੋਂ ਬਾਅਦ ਜਿੱਥੇ ਸਿੱਖਾਂ ਨੇ ਡਿਸਾਈਡ ਕੀਤਾ ਕਿ ਨਹੀਂ, ਹੁਣ ਨੋ ਮੋਰ ਵਿਦ ਇੰਡੀਆ, ਹੁਣ ਅਸੀਂ ਆਪਣੇ ਰਾਜ ਭਾਗ ਦੇ ਲਈ ਜਿਹੜੀ ਹੈ ਸਟਰਗਲ ਜਾਰੀ ਰੱਖਣੀ ਹੈ ਤੇ ਉਹ ਅੱਜ ਵੀ ਚੱਲ ਰਹੀ ਹੈ। ਕਿਵੇਂ ਮਹਿਸੂਸ ਕਰਦੇ ਹੋ ਤੇ ਇਸ ਵਰ੍ਹੇਗੰਢ ਨੂੰ ਕਿਵੇਂ ਦੇਖਦੇ ਹੋ ਇਸ ਸਾਲ ਅੱਜ ਇੱਥੇ ਖੜਿਆ? ਦੇਖੋ, ਅਸੀਂ ਜਦੋਂ ਹੁਣ 2022 ਆ, ਤਕਰੀਬਨ 4 ਦਹਾਕੇ ਹੋ ਚੁੱਕੇ ਆ, ਤਕਰੀਬਨ 4 ਦਹਾਕੇ ਆ, 38 ਸਾਲ ਦਾ ਸਮਾਂ ਵਾ। 38 ਸਾਲਾਂ 'ਚ ਇੱਕ ਦਿਨ ਵੀ ਨਹੀਂ ਸਿੱਖ ਕੌਮ ਦਾ ਗੁਜ਼ਰਿਆ ਜਿਹਦੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਭੁੱਲੀ ਹੋਵੇ। ਇਹ ਬਹੁਤ ਵੱਡੀ ਗੱਲ ਹੈ। ਭਾਰਤ ਸਰਕਾਰ ਨੇ ਹਰ ਤਰ੍ਹਾਂ ਦੇ ਸਾਧਨ ਇਸਤੇਮਾਲ ਕੀਤੇ ਆ, ਲੋਕਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਆ, ਲੋਕਾਂ ਨੂੰ ਵੇਚਣ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਆ। ਅਨਫੋਰਚੂਨੇਟਲੀ ਕੁਝ ਲੋਕ ਸ਼ਾਇਦ ਭਾਰਤ ਸਰਕਾਰ ਨਾਲ ਜੁੜ ਵੀ ਗਏ ਹੋਣਗੇ, ਲੇਕਿਨ ਜਿਹੜੀ ਮੈਜੋਰਟੀ ਸਿੱਖ ਡਾਇਸਪੋਰਾ ਵਾ ਉਹਨਾਂ ਦੇ ਮਨ ਦੇ ਵਿੱਚ, ਠੀਕ ਹੈ, ਆਪਸ 'ਚ ਵੰਡੀਆਂ ਹੋ ਸਕਦੀਆਂ, ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਪਰ ਜਿਹੜਾ ਕੌਮ ਦੇ ਨਾਲ ਜੋ ਕੁਝ ਹੋਇਆ ਘੱਲੂਘਾਰਾ ਸਾਡਾ ਹੋਇਆ, ਦਰਬਾਰ ਸਾਹਿਬ ਤੇ ਹਮਲਾ, ਦਰਬਾਰ ਸਾਹਿਬ ਤੇ ਹਮਲਾ ਔਰ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਜੀ। ਜੇ ਤੁਸੀਂ ਉਸ ਵਕਤ ਦਾ ਜਿਹੜਾ ਹਮਲਾ ਵਾ ਬਲੂ ਸਟਾਰ ਦਾ ਦੇਖੋ ਤੇ
ਸਭ ਤੋਂ ਜ਼ਿਆਦਾ ਜਿਹੜਾ ਗੋਲਾਬਾਰੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਸਿੱਖ ਪੋਲਿਟੀ ਦਾ, ਸਿੱਖ ਸੋਵਰੇਨਟੀ ਦਾ ਪ੍ਰਤੀਕ ਆ, ਉਹਦਾ ਸਿੰਬਲ ਆ। ਉਹਨੂੰ ਢਾਹ ਢੇਰੀ ਕੀਤਾ ਗਿਆ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ। ਸੋ ਐਡੀ ਸਿੰਪਲ ਗੱਲ ਨਹੀਂ ਹੈਗੀ, ਇਟ ਵਾਸ ਦਾ ਅਟੈਕ ਔਨ ਦਾ ਹਾਰਟ ਆਫ ਸਿੱਖੀਜ਼ਮ, ਔਰ ਸਿੱਖਾਂ ਨੇ ਉਹ ਗੱਲ ਨਹੀਂ ਭੁੱਲੀ। ਮੈਂ ਥੋੜਾ ਜਿਹਾ ਆਪਣੇ ਵਿਊਵਰਸ ਨੂੰ, ਖਾਸ ਤੌਰ ਤੇ ਜਿਹੜੇ ਸਾਡੇ ਨੌਜਵਾਨ ਨੇ, ਖਾਸ ਪਾਕਿਸਤਾਨ 'ਚ ਜਿਹੜੇ ਸੁਣਦੇ ਨੇ, ਉਹਨਾਂ ਨੂੰ ਵੀ ਇਹ ਦੱਸਦਾ ਜਾਵਾਂ ਕਿ ਜਿਹੜਾ ਸਾਡਾ ਕੰਪਲੈਕਸ ਹੈ ਉਹ ਵਿੱਚ ਅਕਾਲ ਤਖਤ ਸਾਹਿਬ ਹੈ ਤੇ ਸ੍ਰੀ ਦਰਬਾਰ ਸਾਹਿਬ ਹੈ। ਦਰਬਾਰ ਸਾਹਿਬ ਯਕੀਨੀ ਤੌਰ ਤੇ ਸਾਡੀ ਧਾਰਮਿਕ ਇੱਕ ਥਾਂ ਆ, ਪਰ ਅਕਾਲ ਤਖਤ ਸਾਹਿਬ ਸਾਡੇ ਰਾਜ ਦੀ ਨਿਸ਼ਾਨੀ ਆ, ਉਹਨੂੰ ਢਾਹ ਢੇਰੀ ਕੀਤਾ ਗਿਆ। ਸੋ ਮੈਂ ਜਿਹੜਾ ਖਾਸ ਤੌਰ ਤੇ ਨੌਜਵਾਨਾਂ 'ਚ ਜੋਸ਼ ਦੇਖਣਾ ਇੱਥੇ ਡਾਇਸਪੋਰਾ 'ਚ ਤੇ ਇੰਡੀਆ 'ਚ ਵੀ, ਤੁਸੀਂ ਦੇਖਿਆ ਇਸ ਦਫਾ ਦਰਬਾਰ ਸਾਹਿਬ ਦੇ ਵਿੱਚ ਵੀ ਲੋਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਆ, ਉੱਥੇ ਯੂਥ ਸਾਹਮਣੇ ਆਈ ਆ, ਫਿਰ ਦਲ ਖਾਲਸਾ ਨੇ ਬਹੁਤ ਵੱਡੀਆਂ ਉੱਥੇ ਰੈਲੀਆਂ ਕੀਤੀਆਂ ਵਾ। ਅੱਜ ਦੇ ਦੌਰ 'ਚ ਜਿਹੜਾ ਇੱਕ ਮੋਦੀ ਸਰਕਾਰ ਨੇ ਸਹਿਮ ਦਾ ਦੌਰ ਬਣਾਇਆ ਹੋਇਆ ਹੈ, ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਇੰਡੀਆ ਇਸ ਵਕਤ ਫॉर ਰਿਲੀਜੀਅਸ ਫਰੀडम ਤੀਸਰਾ ਸਾਲ ਆ ਕਿ ਉਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਜਾਂ ਬਲੈਕ ਲਿਸਟ ਕੀਤਾ ਗਿਆ ਧਾਰਮਿਕ ਆਜ਼ਾਦੀ ਲਈ। ਮੁਸਲਮਾਨਾਂ ਨਾਲ ਜੋ ਹੋ ਰਿਹਾ, ਦਲਿਤਾਂ ਨਾਲ ਜੋ ਹੋ ਰਿਹਾ, ਫਿਰ ਇਸ ਤੋਂ ਵੱਖ ਤੁਸੀਂ ਇਹ ਦੇਖਿਆ ਕਿ ਜਿਹੜੇ ਹੋਰ ਸਟੇਟਸ ਹੈਗੀਆਂ ਉੱਥੇ ਕਿਸ ਤਰ੍ਹਾਂ ਲੋਕਾਂ ਦੀ ਆਜ਼ਾਦੀ ਖੋਈ ਜਾ ਰਹੀ ਹੈ, ਔਰ ਕੋਈ ਵੀ ਇਸ ਵਕਤ ਜੁਰਤ ਨਹੀਂ ਕਰ ਰਿਹਾ ਮੋਦੀ ਸਰਕਾਰ ਦੇ ਸਾਹਮਣੇ ਦਮ ਮਾਰਨ ਦੀ। ਪਰ ਜੇ ਮੋਦੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਤੇ ਸਿੱਖ ਕੌਮ ਨੇ ਦਿੱਤੀ ਹੈ, ਭਾਵੇਂ ਉਹ ਪਿਛਲੇ ਸਾਲ ਜਿਹੜਾ ਕਿਸਾਨੀ ਸੰਘਰਸ਼ ਸੀ ਉਹ ਹੋਵੇ ਜਾਂ ਹੁਣ ਜਿਸ ਤਰ੍ਹਾਂ ਖਾਲਿਸਤਾਨ ਦੀ ਗੱਲ ਚੱਲ ਰਹੀ ਆ। ਔਰ ਬਾਹਰ ਡਾਇਸਪੋਰਾ ਜਿਹੜਾ ਬੈਠਾ ਵਾ, ਉਹਨਾਂ ਸਾਰੇ ਜਿੰਨੇ ਵੀ ਸਮਾਗਮ ਹੋਏ ਆ, ਜਿਸ ਤਰ੍ਹਾਂ ਸੈਨ ਫਰਾਂਸਿਸਕੋ 'ਚ ਲੋਕਾਂ 'ਚ ਬਹੁਤ ਜੋਸ਼ ਜਜ਼ਬਾ ਸੀਗਾ। ਫਿਰ ਅਸੀਂ ਕੈਪੀਟਲ ਹਿੱਲ ਦੇ ਉੱਤੇ ਇੱਕ ਅਮਰੀਕਨ ਸਿੱਖ ਕਾਕਸ ਵੱਲੋਂ ਇੱਕ ਸਰਵਿਸ ਔਰ ਪ੍ਰੇਅਰ ਦਾ ਪ੍ਰਬੰਧ ਕੀਤਾ ਗਿਆ, ਜਿਹਦੇ 'ਚ ਦੋ ਕਾਂਗਰਸਮੈਨ, ਦੋਵੇਂ ਹੀ ਕੰਜ਼ਰਵੇਟਿਵ ਔਰ ਜਿਹੜੇ ਸਾਡੇ ਰਿਪਬਲਿਕਨ ਔਰ ਡੈਮੋਕ੍ਰੈਟ ਕਾਂਗਰਸ ਰਿਪਰੈਜ਼ੈਂਟੇਸ਼ਨ ਮੌਜੂਦ ਸੀ। ਉੱਥੇ ਸਿੱਖ ਕੌਮ ਨੂੰ ਯਾਦ ਕੀਤਾ ਗਿਆ, ਔਰ ਇੱਥੇ ਜੋ ਹੁਣ ਕੱਲ ਅਸੀਂ ਕਰਨ ਜਾ ਰਹੇ ਹਾਂ ਇਹ ਸਾਰਾ ਸਾਡੇ ਸ਼ਹੀਦਾਂ ਨੂੰ ਸਮਰਪਿਤ ਹੈ, ਕਿਉਂਕਿ ਇੰਡੀਅਨ ਸਰਕਾਰ ਨੇ ਜਿਹੜਾ ਇੱਕ ਭੌਂਡਾ ਪ੍ਰੋਪੇਗੈਂਡਾ ਕੀਤਾ ਹੈ ਕਿ ਕੋਈ ਕਾਊਂਟਰ ਇਨਸਰਜੈਂਸੀ ਟੈਰਰਿਜ਼ਮ ਆਪਰੇਸ਼ਨ ਸੀ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਨਾਲੇ ਉੱਥੇ ਸੀ, ਅਸੀਂ ਇਸ ਵਾਸਤੇ ਕੀਤਾ, ਇਹ ਸਭ ਬਕਵਾਸ ਹੈ ਜੀ। ਮੈਂ ਇੱਕ ਖਾਸ ਤੌਰ ਤੇ ਸ਼ਾਇਦ ਮੈਂਸ਼ਨ ਕਰਨਾ ਚਾਹਾਂ ਕਿ ਭਾਰਤ ਸਰਕਾਰ ਦਾ ਵਰਤਾਰਾ ਜਦੋਂ 1947 ਤੋਂ ਔਨਵਰਡ ਇਹੀ ਰਿਹਾ ਸਿੱਖਾਂ ਪ੍ਰਤੀ, ਕਿਉਂਕਿ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਨਹੀਂ ਸੀ। 1955 ਦੇ ਵਿੱਚ ਵੀ ਜਦੋਂ ਪੰਜਾਬੀ ਸੂਬੇ ਦੀ ਲਹਿਰ ਚੱਲੀ ਸੀ, ਉਸ ਵੇਲੇ ਪੁਲਿਸ ਨੇ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰਦਿਆਂ ਹੋਇਆਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਔਰ ਇਹ ਜਿਹੜਾ ਵਰਤਾਰਾ ਹੈ, ਕਦੇ ਸਿੱਖਾਂ ਨੂੰ ਇੰਡੀਪੈਂਡੈਂਸ ਦੇ ਫੌਰਨ ਬਾਅਦ ਟ੍ਰਾਈਬ ਆਫ ਕ੍ਰਿਮੀਨਲਸ ਐਲਾਨ ਦੇਣਾ, ਕਦੇ ਪੰਜਾਬੀ ਸੂਬੇ ਦੀ ਮੰਗ ਨਾ ਮੰਨਣਾ, ਕਦੇ ਜੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਣਾ, ਜਿਹੜਾ ਸਾਡਾ ਰਾਈਟ ਟੂ ਇੰਟਰਨਲ ਸੈਲਫ ਡਿਟਰਮੀਨੇਸ਼ਨ, ਜਿਹੜਾ UN ਦੇ ਚਾਰਟਰ ਦਾ ਆਰਟੀਕਲ 1 ਹੈ, ਉਹਦੇ ਹੇਠ ਅਸਾਂ ਇੰਟਰਨਲ ਸੈਲਫ ਡਿਟਰਮੀਨੇਸ਼ਨ ਯੂਜ਼ ਕਰਦੇ ਹੋਇਆਂ ਆਪਣੀਆਂ ਕੁਝ ਮੰਗਾਂ ਰੱਖੀਆਂ, ਉਹਨੂੰ ਵੱਖਵਾਦ, ਅੱਤਵਾਦ ਨਾਲ ਜੋੜਨਾ, ਔਰ ਉਹੀ ਮੰਗਾਂ ਸਾਰੀਆਂ ਭਾਰਤ ਸਰਕਾਰ ਨੇ ਪੂਰੀਆਂ ਕੀਤੀਆਂ। ਸਾਨੂੰ ਭਾਰਤ ਸਰਕਾਰ ਤੋਂ ਪੁੱਛਣਾ ਚਾਹੀਦਾ ਕਿ ਜਿਹੜੀ ਸ਼ਹਿਰ ਨੂੰ ਤੁਸੀਂ ਉਸ ਵੇਲੇ ਅੱਤਵਾਦ ਜਾਂ ਵੱਖਵਾਦ ਕਿਹਾ ਸੀ ਅਨੰਦਪੁਰ ਸਾਹਿਬ ਦੇ ਮਤੇ 'ਚ, ਉਹਨਾਂ 'ਚ ਕਿਹੜੀ ਸ਼ਰਤ ਹੈ ਜਿਹੜੀ ਤੁਸੀਂ ਪੂਰੀ ਨਹੀਂ ਕੀਤੀ, ਤੇ ਜੇ ਤੁਸੀਂ ਬਾਅਦ 'ਚੋਂ ਸ਼ਰਤਾਂ ਸਾਰੀਆਂ ਜਿਹੜੀਆਂ ਮੰਗਾਂ ਸੀ ਉਹ ਪੂਰੀਆਂ ਕੀਤੀਆਂ ਤੇ ਉਸ ਵਕਤ ਤੁਸੀਂ ਕਿਸ ਤਰ੍ਹਾਂ ਉਹਨੂੰ ਜਿਹੜਾ ਵੱਖਵਾਦ ਕਰਾਰ ਦਿੱਤਾ ਸੀ। ਸੋ ਮੈਨੂੰ ਬਹੁਤ ਇਹ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਇੰਨਾ ਪੈਸਾ ਖਰਚ ਕੇ, ਇੰਨੀਆਂ ਝੂਠੀਆਂ ਮੀਡੀਆ ਲੈਬਸ ਬਣਾ ਕੇ, ਇੰਨਾ ਪੁੱਠਾ ਪ੍ਰਚਾਰ ਕਰਕੇ, ਕੌਂਸਲੇਟਾਂ ਰਾਹੀਂ ਸਾਡੇ ਧਾਰਮਿਕ ਸੰਸਥਾਵਾਂ ਜਿਹੜੀਆਂ ਇੱਥੇ ਗੁਰਦੁਆਰਿਆਂ ਦੀ ਕਮੇਟੀਆਂ ਤੱਕ ਪਹੁੰਚਾਂ ਕਰਕੇ ਵੀ ਜਿਹੜਾ ਹੈ ਸਾਡੇ ਲੋਕਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਹੈ, ਔਰ ਭਾਰਤ ਦੀ ਇਨਫਿਲਟ੍ਰੇਸ਼ਨ ਜਿਹੜੀ ਆ ਉਹ ਨਹੀਂ ਹੋਣ ਦਿੱਤੀ। ਉਹ 'ਚ ਮੈਂ ਖਾਸ ਤੌਰ ਤੇ ਜਿਹੜੇ ਸਾਡੀਆਂ ਇੱਥੇ ਜਥੇਬੰਦੀਆਂ ਨੇ, ਜਿਸ ਤਰ੍ਹਾਂ ਤੁਹਾਡਾ TV 84 ਆ, ਸਾਡੀ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਆ, AGPC ਆ, ਹੋਰ ਸੰਸਥਾਵਾਂ, ਉਹਨਾਂ ਸਾਰਿਆਂ ਦਾ ਵੀ ਸਾਨੂੰ ਉਹ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਜਿਹੜਾ ਇੰਡੀਅਨ ਇਨਫਲੂਐਂਸ ਹੈ ਉਹਨੂੰ ਹਮੇਸ਼ਾ ਰਿਬਟ ਕੀਤਾ ਹੈ, ਔਰ ਕੌਮ ਅੱਜ ਅਣਖ ਤੇ ਮਾਣ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਡਾਕਟਰ ਸਾਹਿਬ, ਤੁਹਾਡੇ ਵੱਲ ਆਵਾਂ, ਤੁਸੀਂ ਕਿਵੇਂ ਦੇਖਦੇ ਹੋ, ਜਿਵੇਂ ਡਾਕਟਰ ਚੀਮਾ ਦੇ ਰਿਮਾਰਕਸ ਵੀ ਨੇ, ਉਹਨਾਂ ਨੇ ਸਾਰਾ ਬਿਆਨ ਕੀਤਾ ਜਿਹੜਾ ਇਸ ਵਕਤ ਵਰਤਾਰਾ ਚੱਲ ਰਿਹਾ ਤੇ ਕਿਵੇਂ ਜਿਹੜਾ ਇੱਕ ਸਟੇਟ ਦਾ ਨੈਰੇਟਿਵ ਪੁਸ਼ ਕਰਨ ਦਾ ਤਰੀਕਾ ਆ ਮੀਡੀਆ ਰਾਹੀਂ ਜਾਂ ਫੇਕ ਨਿਊਜ਼ ਦੇ ਰਾਹੀਂ, ਉਹ ਆਪਣੀ ਥਾਂ ਦੇ ਉੱਤੇ ਆ, ਤੇ ਨਾਲ ਹੀ ਨਾਲ ਡਾਇਸਪੋਰਾ ਦੇ ਖਿਲਾਫ ਜਿਹੜਾ ਇੱਕ ਮਤਲਬ ਅੰਦਰ ਖਾਤੇ ਚੱਲ ਰਹੀਆਂ ਹੁੰਦੀਆਂ ਨੇ ਗੱਲਾਂ, ਉਹਦੇ ਤੋਂ ਵੀ ਤੁਸੀਂ ਵਾਕਿਫ ਹੋ, ਕਿਵੇਂ ਦੇਖਦੇ ਹੋ? ਦੇਖੋ, ਵੈਸੇ ਤਾਂ ਡਾਕਟਰ ਸਾਹਿਬ ਨੇ ਕੁਝ 'ਚ ਸਮੁੰਦਰ ਬੰਦ ਕਰ ਦਿੱਤਾ ਹੈ। ਇੱਕ ਗੱਲ ਜਿਹੜੀ ਅਕਸਰ ਸੁਗੰਧ ਸਮੀਰ ਦੀਆਂ ਦੋ ਲਾਈਨਾਂ ਮੈਂ ਆਪਣੀ 38 ਸਾਲਾਂ ਦੀ ਸਿਚੁਏਸ਼ਨ ਘੱਲੂਘਾਰੇ ਤੋਂ ਹੁਣ ਤੱਕ ਦੇ ਸਾਨੂੰ ਦੁਹਰਾਉਂਦਾ ਹੈ
कि झलक सुंदर तो रोशन पंद होए की गम जे सिर ते पंडा भारियां ने। जून 84 का पहला हफ्ता जेड़ा एक पासे घल्लूघर है, सरकार दे जुल्मां दी कहानी, बदतरीन जेड़े नाजियां दे फाशिस्टां दे जुल्मां नूं मात पाण वाली, अपने मुल्क दे शहरियां उत्ते उन्हां दे सब तो मुकद्दस मुकाम दे उत्ते टैंकां तोपां नाल हमला, फिर उस नूं एज ए विक्ट्री ना सिर्फ कि किसी जिवें एनिमी कंट्रीज दी कोई टैरीटरी जित्ती हुंदी है, जुलाई दे महीने जेड़े फौजी अफसरां ने जवानां ने हिस्सा लिया उन्हां नूं गैलेंट्री अवार्ड्स दिल्ली दे राष्ट्रपति भवन च एक बड़ा वड्डा ग्लिटरिंग फंक्शन करके उन्होंने प्रमोशनस, अवार्ड्स, डेकोरेशनस दित्तियां गईयां। सो ज़ाहिर है कि उन्हां वल्लों तां ये टोटल वॉर सिखां दे उत्ते भरपा कीती गई। पर इसे ही घल्लूघारा हफ्ते का जिहड़ा ग्लोरीअस चैप्टर है वो सन जरनैल सिंह खालसा पिंडां वाले, जनरल सुबेग सिंह, भाई अमरीक सिंह और उन्होंने दर्जना बहादुर सिंह साथी जिन्हां ने अखीरले साह ते अखीरली गोली तक जिवें मुकाबला किया, उन्हें चमकौर दी गढ़ी का जिहड़ा इतिहास है वो एक बार फिर याद करवा दिता है। और जिहड़ा शहीदां दा डुल्लिया खून हुंदा किसी भी इस्लाम दी तुसी ट्रैडिशन च देखो, अदरवाइज भी ईवन जिहड़े ट्राइबल जिहड़े मंगोल जिहड़े एक बड़े होरी किस्म दा उन्हां दा कबीला सी, लेकिन जदों शहीद दे खून दी गल आंदी सी उन्होंने भी यासा वर्गा सिस्टम कढ़िया सी टॉर्चर देण दा कि जिहड़ा मजहबी तौर ते रब नाल जुड़िया हुंदा जे उहदा खून जमीन ते डिगे तो उत्थों 100 होर निकलदे ने। यही इसलिए उन्होंने यासा अपना एक तरीका रखिया। सो मैं समझदा कि भाई कौम ने उस अल्फाज जिहड़े संत पिंडरां वालियां दे सन कि खालसा जी शहीदां दे खून दा हक लैणे, ते दूसरा जिस दिन भारतीय फौज दे पैर दरबार साहब दी हदूद च पे खालिस्तान दी नींह रखी जावेगी। 38 साल बाद जे अज भारत की फॉरेन मिनिस्ट्री के सामने उन्होंने दुनिया भर जिन्ने एम्बैसीज, हाई कमीशन, कौंसलेट ने उत्थे जे एक परमानेंट डेस्क लगा है जिहड़ा सिखां दे उत्ते नज़रसानी करता है, जिहड़ा खालिस्तान की मूवमेंट नूं किल करन लई डे एंड नाइट कुछ ना कुछ कंस्पीरेसीज करता है। ये गल दसदी है कि भाई जिहड़ी हुकूमत समझदी सी कि सिख तो पढ़ते होंगे सी राज करेगा खालसा, ऐसी मार मारी है कि याद करेगा खालसा, पर अज उस भारत नूं सिखां ने नानी तो याद करवाई है। और जिवें डॉक्टर साहब ने भी मैंशन किया 13 महीने चली किसान मूवमेंट, जिसकी मूविंग स्पिरिट, जिसका आधार, जिहदी सपोर्ट डायस्पोरा सिख सी। 13 महीने बाद गुरु नानक साहब के प्रकाश पुरब के मौके मोदी जिहड़ा है वो गोडियां परने हो गए माफ़ी मंगदा है ते तीनों खेती कानून वापस लैण ते मजबूर हुंदा है। ये कोई छोटी गल नहीं। और इस पीरीयड दे विच जे पंजाब की धरती वाल नज़र मारी है, भावें उन्होंने एक दहाका 84 तो 94-95 तक एक नस्ल पूरी तरह मार मुकाई, दूसरी उन्होंने सबसटेंस अब्यूज, ड्रग्स, लचर कल्चर ये खड़ा किया। पर जे असी पिछले कुछ हफ्तियां का ही वरतारा पंजाब दे विच देखिए, दीप सिद्धू होए और उस दे नाल मूसेवाड़ा होए कि वो जनरेशन एक पासे समझते सी कि नौजवानों नूं लचर गायकी दे नाल वो डी-रेल कर रहे हैं, पर उसे ही तबके दे विचों जिथे किसान मूवमेंट दे वेले साडे कलाकारां ने एक वड्डा अहम रोल अदा किया, जिहड़े मोटिवेशनल फोर्स बने। और ये दोवें ही दीप सिद्धू और मूसेवाड़ा ये इवें आइकॉनिक फिगर्स बन के उभरे ने क्योंकि अल्टीमेटली उन्होंने भी वो मुढ़ला सफर उन्होंने भावें माया नगरी या किते कुछ सी, उन्होंने रियलाइज किया कि असी इस धरती के पुत्र हैं, असी इस धरती की अणख लई इहदा पानी जो लुटिया जा रहा पानी, इहदी गैरत। और जदों दीप सिद्धू की यह ललकार सी कि गल फसलों की कली नहीं है, गल नस्लों की है। हुण ये अपने आप दे विच बहुत वड्डी गल है। और जिवें जदों असी हमेशा डायस्पोरा के रोल की गल करते हैं, मैं 90-91 तो अपनियां लिखतां दे विच अपनियां तकरीरां दे विच हमेशा ये कहा कि जिवें डायस्पोरा ज्यूइश कम्युनिटी ने इजराइल बनाने दे विच सेंट्रल रोल अदा किया जी, ये मैं प्रेसिडेंट की गल कर रहा हैं। हालांकि जो इजराइल फलस्तीनियां नाल कर रहा असीं उहनूं कंडेम करते हैं पूरी तरह, हमेशा ही सिख कौम के अगेंस्ट आवाज़ चुकती है, पर डायस्पोरा सेंट्रल सी नेशन क्रिएट करने लई। इसे तरह सिख डायस्पोरा अल्टीमेटली दरियाए जमुना तो वाघा तक
ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏਗਾ। ਔਰ ਇਹਨਾਂ ਸਾਰੇ ਵਰਿਆਂ ਦੇ ਵਿੱਚ ਜੇ ਅਸੀਂ ਦੇਖੀਏ ਕਿ ਡਾਇਸਪੋਰਾ ਸਿੱਖ ਕਮਿਊਨਿਟੀ ਨੇ ਨਾ ਸਿਰਫ ਉਹ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਬੈਠੇ ਨੇ ਉਹਦੀ ਪੋਲੀਟੀਕਲ ਜਿਹੜੀ ਪ੍ਰੋਸੈਸ ਹੈ ਉਹਨੂੰ ਪ੍ਰਭਾਵਿਤ ਕੀਤਾ ਹੈ। ਕੈਨੇਡਾ 'ਚ ਇਸ ਵੇਲੇ 17-18 ਮੈਂਬਰ ਪਾਰਲੀਮੈਂਟ, ਦੂਸਰੀ ਵੱਡੀ ਪਾਰਟੀ ਜਿਹਦੀ ਸਪੋਰਟ ਨਾਲ ਅੱਜ ਲਿਬਰਲ ਗਵਰਨਮੈਂਟ ਖੜੀ ਹੈ ਉਹਦਾ ਪ੍ਰੈਜ਼ੀਡੈਂਟ ਜਗਮੀਤ ਸਿੰਘ ਲੀਡਰ, ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਐਡਵੋਕੇਸੀ ਕਰਦਾ ਹੈ, ਜਿਹਦਾ ਇੰਡੀਆ ਜਾਣ ਦੇ ਉੱਤੇ ਪਾਬੰਦੀ ਲਾਈ ਹੋਈ ਹੈ। ਅਮਰੀਕਾ ਦੇ ਵਿੱਚ ਬੇਸ਼ੱਕ ਅਸੀਂ ਸਕੈਟਰਡ ਕਮਿਊਨਿਟੀ ਹੈ, 1 ਮਿਲੀਅਨ ਦੇ ਕਰੀਬ ਸਾਡੀ ਆਬਾਦੀ ਹੈ, ਪਰ 50 ਤੋਂ ਜ਼ਿਆਦਾ ਬਾਈਪਾਰਟੀਸਨ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਔਰ ਸਿੱਖ ਕਾਕਸ ਦੀ ਕਾਰਗੁਜ਼ਾਰੀ ਸਾਹਮਣੇ ਹੈ ਕਿ ਆਪਣੇ ਇੰਟਰਨਲ ਵੀ ਵਿਰੋਧ ਕਰਨ ਵਾਲੇ ਹੁੰਦੇ ਨੇ, ਇਹਦੇ ਬਾਵਜੂਦ ਜੋ ਬਰੀਫਿੰਗਸ ਹੋਣ, ਹੀਅਰਿੰਗਸ ਹੋਣ, ਅਮਰੀਕਾ ਦੀ ਫੌਜ 'ਚ ਦਸਤਾਰ ਨਾਲ ਸਰਵ ਕਰਨ ਦੇ ਉੱਤੇ ਗੱਲ ਹੋਏ, ਮੋਦੀ ਔਰ ਉਹਨਾਂ ਦੀ ਵਿਜ਼ਿਟ ਤੋਂ ਪਹਿਲਾਂ ਜਿਹੜੀ ਹੈ ਉਹ ਉਹਨਾਂ ਕਮਿਸ਼ਨਸ ਦੀ ਜਿਨ੍ਹਾਂ ਦੀ ਆਵਾਜ਼ ਜਿਹੜੀ ਅੱਜ ਤੱਕ ਵੀ ਮੰਨੀ ਜਾਂਦੀ ਹੈ ਕਿ ਭਾਈ ਇਹ ਪਾਵਰਫੁਲ ਹਿਊਮਨ ਰਾਈਟਸ ਲੌਬੀਜ਼ ਨੇ। ਇਸੇ ਤਰ੍ਹਾਂ UK ਦੇ ਵਿੱਚ ਸਾਡੇ 2 ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਔਰ ਇੱਕ ਮੈਂ ਨਾਲ ਇਹ ਮੈਂਸ਼ਨ ਕਰਦੇ ਹਾਂ ਕਿ ਜਦੋਂ ਸਿੱਖ ਡਾਇਸਪੋਰਾ ਖਲੋਤਾ ਹੈ ਔਰ ਸਾਡੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਹੈ, ਜਦੋਂ ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਪਾਰਲੀਮੈਂਟ 'ਚ ਖਲੋ ਕੇ ਹਿਜਾਬ ਦੀ ਵਕਾਲਤ ਕਰਦਾ ਹੈ ਔਰ ਚੈਲੰਜ ਕਰਦਾ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਵੀ ਤੂੰ ਕਿਸ ਕਿਸਮ ਦੇ ਕਮੈਂਟ ਕੀਤੇ ਨੇ, ਤੇ ਉਹ ਘੱਟ ਗਿਣਤੀਆਂ ਵੀ ਮਹਿਸੂਸ ਕਰਦੀਆਂ ਨੇ ਕਿ ਸਿੱਖ ਸਾਡੇ ਲੀਡਰ ਨੇ, ਕਿ ਸਾਡੀ ਆਵਾਜ਼ ਸਿੱਖ ਸਾਡੀ ਆਵਾਜ਼ ਬਣੇ ਹੋਏ ਨੇ। ਔਰ ਮੈਂ ਇਹ ਸਮਝਦਾ ਕਿ ਸਿੱਖਾਂ ਨੇ ਜਿਵੇਂ ਕਸ਼ਮੀਰ ਦੀ ਮੂਵਮੈਂਟ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾਇਆ, ਅੱਜ ਬੇਸ਼ੱਕ ਜਿਵੇਂ ਨਬੀ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਜੋ BJP ਦਾ ਇਸਲਾਮੋਫੋਬੀਆ ਦਾ ਏਜੰਡਾ ਚੱਲ ਰਿਹਾ ਸੀ, ਉਹ ਜਦੋਂ ਹੁਣ ਅੱਜ ਅਸੀਂ ਭਾਰਤ ਭਰ 'ਚ ਦੇਖਦੇ ਹਾਂ ਕਿ ਮੁਸਲਮਾਨ ਦਿੱਲੀ ਦੀ ਜਾਮਾ ਮਸਜਿਦ ਤੋਂ ਲੈ ਕੇ ਕਾਨਪੁਰ, ਰਹਿਮਦਾ, ਕੋਈ ਸ਼ਹਿਰ ਭਾਰਤ ਦਾ ਐਸਾ ਨਹੀਂ ਜਿੱਥੇ ਪਿਛਲੇ 24 ਘੰਟਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨ ਨਾ ਨਿਕਲੇ ਹੋਣ। ਜੇ ਇਹ ਸਿੱਖ ਚੈਲੰਜ ਨਾ ਹੁੰਦਾ, ਇਸ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣਵਾਦੀ ਜਿਹੜੇ ਅੱਜ ਦੇ ਹਿੰਦੂ ਤਵੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹੜੀ ਸੱਚ ਸੁਣਾਏ ਸੀ ਸੱਚ ਕੀ ਬੇਲਾ, ਔਰ ਇਹ ਸਿੱਖ ਕੌਮ ਜਿਹੜੀ ਨਾ ਝੁਕਣ ਵਾਲੀ ਹੈ, ਨਾ ਚਮਨ ਵਾਲੀ ਹੈ, ਨਾ ਕਿਸੇ ਦੀ ਅਧੀਨਗੀ ਮੰਨਣ ਵਾਲੀ ਹੈ। ਔਰ ਇਹਨਾਂ 4 ਸਦੀਆਂ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੇ ਸ਼ਹੀਦੀ ਦਿਨ ਨੂੰ ਦੁਸ਼ਮਣ ਨੇ ਹਮਲਾ ਕਰਨ ਲਈ ਚੁਣਿਆ, ਉਸ ਗੁਰੂ ਤੋਂ ਜਿਹੜਾ ਸਾਡਾ ਸ਼ਹੀਦੀ ਦਾ ਕਨਸੈਪਟ ਨਿਕਲਦਾ ਹੈ। ਔਰ ਰਾਜ ਭਾਗ ਦੀ ਗੱਲ ਤਾਂ ਸਾਡੇ ਸਿਰ ਦੇ ਉੱਤੇ ਦਸਤਾਰ ਹੀ ਸਾਡੀ ਸੋਵਰਨਿਟੀ ਹੈ, ਰਾਜ ਕਰੇਗਾ ਖਾਲਸਾ ਅਸੀਂ ਰੋਜ਼ਾਨਾ ਪੜ੍ਹਦੇ ਹਾਂ। ਔਰ ਇਹਨਾਂ 4 ਸਦੀਆਂ ਦੇ ਵਿੱਚ ਅਸੀਂ 4 ਪਾਵਰਫੁਲ ਰਜੀਮ ਉਹਨਾਂ ਦੇ 3 ਦੇ ਬਿਸਤਰਾ ਗੋਲ ਕੀਤਾ ਤੇ ਬ੍ਰਾਹਮਣਵਾਦ ਦਾ ਬਿਸਤਰਾ ਹੀ ਨਹੀਂ ਗੋਲ ਕਰਨਾ। ਇਹਨਾਂ ਨੂੰ ਅਸੀਂ ਜਿਹੜਾ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਲੌਕ ਸਟਾਕ ਐਂਡ ਬੈਰਲ ਇਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਡਿਸਟਰੋਏ ਕਰਨਾ ਹੈ। ਮੈਂ ਸਮਝਦਾ 38 ਸਾਲਾਂ ਬਾਅਦ ਅੱਜ ਸਮੁੱਚੀ ਕੌਮ ਇੱਕ ਗੰਗ-ਹੋ ਮੋੜ 'ਚ ਹੈ ਔਰ ਇੱਕ ਪੂਰਾ ਉਸ ਅੰਦਾਜ਼ 'ਚ ਹੈ ਕਿ ਵੀ ਅਸੀਂ ਆਪਣੇ ਨਿਸ਼ਾਨੇ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਾਂ। ਜੀ ਹਿੰਮਤ ਸਿੰਘ ਜੀ, ਤੁਹਾਡੇ ਵੱਲ ਆਵਾਂ, ਕਿਵੇਂ ਦੇਖਦੇ ਹੋ 38 ਸਾਲਾਂ ਦੇ ਸਫ਼ਰ ਨੂੰ? ਤੁਸੀਂ ਡਾਇਸਪੋਰਾ ਦੇ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੋਵੇ ਜਾਂ ਹੁਣ ਵਰਲਡ ਸਿੱਖ ਪਾਰਲੀਮੈਂਟ ਨੂੰ ਅੱਗੇ ਤੋਰਨ ਦੇ ਵਿੱਚ ਤੁਹਾਡਾ ਰੋਲ ਹੈ, ਮਤਲਬ ਇਸ ਪਾਰਟ ਤੋਂ ਡਾਇਸਪੋਰਾ ਦਾ ਜਿਹੜਾ ਰੋਲ ਰਿਹਾ ਸਟਰਗਲ ਦੇ ਵਿੱਚ ਜਾਂ ਅੱਜ ਜਿਹੜਾ ਰੋਲ ਹੈ, ਜਿਸ ਮੁਕਾਮ ਤੇ ਅਸੀਂ ਖਲੋਤੇ ਹਾਂ, ਜਿਸ ਕਿਸਮ ਦੇ ਚੈਲੰਜਸ ਸਾਨੂੰ ਦੇਖਣ ਨੂੰ ਮਿਲ ਰਹੇ ਆ ਗਵਰਨਮੈਂਟ ਦੇ ਪਾਸਿਓਂ, ਜਿਹੜੀ ਅੰਦਰ ਖਾਤੇ ਇੰਟਰਫੀਰੈਂਸ ਹੁੰਦੀ ਹੈ ਜਾਂ ਅਮਰੀਕਨ ਅਫੇਅਰਸ ਦੇ ਵਿੱਚ ਉਹ ਵੀ ਦੇਖਣ ਦੀ ਗੱਲ ਹੁੰਦੀ ਹੈ, ਤੇ ਨਾਲ ਹੀ ਨਾਲ ਜਿਵੇਂ ਡਾਕਟਰ ਸਾਹਿਬ ਨੇ ਮੈਂਸ਼ਨ ਕੀਤਾ ਜਿਸ ਕਿਸਮ ਦੀ ਅਪਰੋਚ ਉਹਨਾਂ ਦੀ ਹੈਗੀ ਹੈ, ਕਿਵੇਂ ਕੀ ਕਹਿਣਾ ਚਾਹੋਗੇ? ਦੇਖੋ ਅਮਰਵੀਰ ਸਿੰਘ ਜੀ, ਜਿਵੇਂ 38 ਸਾਲ ਹੋ ਗਏ ਆ ਜੂਨ 1984 ਦਾ ਵਰਤਾਰਾ ਜੋ ਭਾਰਤੀ ਹਕੂਮਤ ਨੇ ਵਰਤਾਇਆ, ਆਪਾਂ ਪੂਰੇ ਜਾਹੋ ਜਲਾਲ ਦੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਉਸ ਦਿਨ ਨੂੰ ਸੈਲੀਬ੍ਰੇਟ ਕਰਦੇ ਆ। ਔਰ ਜਿਵੇਂ ਆਪਾਂ ਪੜ੍ਹਦੇ ਆਏ ਆ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ ਜੀ। ਸੋ ਐਵਰੀ ਈਅਰ ਜਿਵੇਂ ਸਮੇਂ ਦੀਆਂ ਸਰਕਾਰਾਂ ਨੇ ਇਹ ਵੀ ਕਿਹਾ ਵੀ ਤੁਸੀਂ ਭੁੱਲ ਜਾਓ ਜੂਨ 1984 ਨੂੰ, ਪਰ ਸਾਡੇ ਪੰਥ ਨੇ, ਕੌਮ ਨੇ ਪੂਰੇ ਗਲੋਬਲੀ ਇਹ ਦਰਸਾਇਆ ਆ ਕਿ ਭਾਰਤੀ ਹਕੂਮਤ ਨੇ ਉੱਥੇ ਉਹਨਾਂ ਦੀਆਂ ਏਜੰਸੀਆਂ ਨੇ ਜਿਵੇਂ ਸਿੱਖ ਕੌਮ ਦੀ ਜਿਹੜੀ ਨਸਲ ਨੂੰ ਮੁਕਾਉਣ ਦੀ ਕੋਸ਼ਿਸ਼ ਉਹਨਾਂ ਦੀ ਜਿਹੜੀ ਕੰਟੀਨਿਊਟੀ ਦੇ ਨਾਲ ਜਾਰੀ ਆ, ਅਸੀਂ ਪੂਰੇ ਜਾਹੋ ਜਲਾਲ ਦੇ ਨਾਲ ਪੰਥ ਦੇ ਵਿੱਚ ਥਾਂ ਪਰ ਥਾਂ ਜਿੰਨਾ ਇਹ 38 29 40 ਜਿੰਨੇ ਵੀ ਵਾੜਾ ਅੱਗੇ ਤੋਂ ਅੱਗੇ
ਸਾਲ ਵੱਧਦੇ ਜਾਣਗੇ ਉਨੇ ਹੋਰ ਇਰਾਦੇ ਦ੍ਰਿੜ ਮਜ਼ਬੂਤ ਹੁੰਦੇ ਜਾਣਗੇ ਕੌਮ ਦੇ। ਸੋ ਇਸ ਵਾਰੀ ਜਿਹੜਾ ਆ 38ਵਾਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ, ਭਾਵੇਂ ਉਹ UN ਦੇ ਗਾੜੀ ਹੋਵੇ, ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਮਾਰਚ ਕੱਢ ਕੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਆਪਣੀ ਇਨਵਿਟਮਿਨ ਕਮਿਊਨਿਟੀ ਹੀ ਨਹੀਂ, ਪੂਰੀਆਂ ਦੂਜੀਆਂ ਕੌਮਾਂ ਤੱਕ ਵੀ ਇਸ ਮੈਸੇਜ ਨੂੰ ਕਨਵੇ ਕਰਨ ਦੇ ਵਿੱਚ ਪੂਰੀ ਜਾਹੋ ਜਲਾਲ ਦੇ ਨਾਲ ਆਪਣੀ ਕੌਮ ਦੇ ਬੱਚੇ ਤੱਕ ਇਹ ਮੈਸੇਜ ਦੇਣ ਲਈ ਜੀ ਕਿ ਇਹ ਨੈਵਰ ਫੋਰਗੇਟ 1984। ਉਹ ਭਾਵੇਂ ਸੋਸ਼ਲ ਮੀਡੀਆ ਹੋਵੇ, ਪ੍ਰਿੰਟ ਮੀਡੀਆ ਹੋਵੇ, ਇਲੈਕਟ੍ਰੋਨਿਕ ਮੀਡੀਆ ਹੋਵੇ, ਉੱਥੇ ਜਿਹੜੀ ਜੂਨ 1984 ਦੇ ਵਰਤਾਰੇ ਦੀ ਗੱਲ ਆ ਉਹ ਹਰ ਇੱਕ ਪੱਖ ਤੋਂ ਕੀਤੀ ਜਾ ਰਹੀ ਆ। ਜਿਵੇਂ ਕਿ ਕਿੰਨੀਆਂ ਕੰਟਰੀਆਂ ਦੇ ਨਾਲ ਤਾਲਮੇਲ ਰੱਖ ਕੇ ਭਾਰਤੀ ਹਕੂਮਤ ਨੇ, ਜਿਹਦੇ ਵਿੱਚ ਜਰਮਨ, UK, ਰਸ਼ੀਆ, ਉਹਨਾਂ ਦੀ ਜਿਹੜੀਆਂ ਏਜੰਸੀਆਂ ਦੇ ਨਾਲ ਤਾਲਮੇਲ ਰੱਖ ਕੇ ਕਿਵੇਂ ਵਿਉਂਤਬੰਦ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੇ, ਦਰਬਾਰ ਸਾਹਿਬ ਤੇ 37 ਤੋਂ ਵੱਧ ਗੁਰਧਾਮ ਜਿਹੜੇ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਸਥਿਤ ਹਨ, ਭਾਰਤੀ ਹਕੂਮਤ ਨੇ ਲੈਸ ਹੋ ਕੇ ਗੈਸਾਂ ਦੇ ਨਾਲ, ਤੋਪਾਂ ਟੈਂਕਾਂ ਦੇ ਨਾਲ ਹਮਲੇ ਕੀਤੇ। ਦਿਨ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜੇ ਦੀ ਉਸ ਦਿਨ ਦੀ ਚੋਣ ਕਰਕੇ ਇਕੱਠ ਜਿਹੜੀਆਂ ਸੰਗਤਾਂ ਦਾ ਉਸ ਦਿਨ ਜ਼ਿਆਦਾ ਸੀ। ਇਹ ਵੱਧ ਸਿੱਖਾਂ ਨੂੰ ਇਹਨਾਂ ਦਾ ਜਿਹੜਾ ਘਾਣ ਕੀਤਾ ਜਾਵੇ, ਇਹਨਾਂ ਨੂੰ ਸਬਕ ਸਿਖਾਇਆ ਜਾਵੇ ਜੋ ਮਨਸੂਬੇ ਸੀ। ਤੇ ਅੱਜ ਜਦੋਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਡਾਇਸਪੋਰਾ ਦੇ ਵਿੱਚ ਵਰਕਆਊਟ ਕਰਦੇ ਹਾਂ ਕਿ ਅਸੀਂ ਉਹ ਆਪਣੇ ਸਾਡੇ ਯੋਧਿਆਂ ਵੱਲੋਂ ਡਿਸਾਈਡ ਕੀਤੇ ਹੋਏ ਨੇ। 29 ਅਪ੍ਰੈਲ 1986 ਦਾ ਇੰਡੀਪੈਂਡੈਂਸ ਡੈਕਲੇਰੇਸ਼ਨ ਡੇ ਜਿਹੜੀ ਆ ਪੰਥਕ ਕਮੇਟੀ ਵੱਲੋਂ ਕੀਤੀ ਗਈ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸਦਕੇ, ਤਾਂ ਉਸ ਗੱਲ ਦੇ ਉੱਤੇ ਮਾਨਤਾ ਅਮਰੀਕਾ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਪਾਂ ਨੇ ਐਫਰਟ ਕੀਤੇ ਆ। ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ ਸਿੱਖ ਆਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਹਿਯੋਗ ਕਰਦੇ ਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੈਨੋਸਾਈਡ ਦੇ ਬਿੱਲ ਪਾਸ ਹੋਏ ਆ, ਤਾਂ ਭਾਰਤੀ ਹਕੂਮਤ ਦੀ ਜਿਹੜੀ ਮਸ਼ੀਨਰੀ ਆ, ਉਹ ਚਾਹੇ ਉਹਨਾਂ ਦਾ ਮੀਡੀਆ ਆ ਜਾਂ ਉਹਨਾਂ ਦੇ ਕੌਂਸੂਲੇਟ ਅੰਬੈਸਡਰ ਜਿਹੜੇ ਅਮਰੀਕਾ ਦੇ ਵਿੱਚ ਆ, ਦੂਜੀਆਂ ਕੰਟਰੀਆਂ ਦੇ ਵਿੱਚ ਆ, ਉਹ ਇਹਨਾਂ ਕੰਟਰੀਆਂ ਦੇ ਜਿਹੜੇ ਇਲੈਕਟਡ ਅਫੀਸ਼ੀਅਲ ਆ ਉਹਨਾਂ ਤੱਕ ਅਪਰੋਚ ਕਰਦੇ ਆ, ਹਾਈ ਕਲਾਟ ਦੁਹਾਈ ਪਹੁੰਚਾਉਂਦੇ ਆ ਕਿ ਇਹ ਕੀ ਕਰਦਾ ਸਾਡਾ ਕੰਟਰੀ। ਹਾਲਾਂਕਿ ਜਿਹੜੇ ਇਸ ਕੰਟਰੀ ਦੇ ਜਿਹੜਾ ਸਿਸਟਮ ਆ ਉਹਦੇ ਵਿੱਚ ਸਿੱਧੇ ਤਰੀਕੇ ਨਾਲ ਦਖਲਅੰਦਾਜ਼ੀ ਸੀਗੀ ਇਹਨਾਂ ਲੋਕਾਂ ਦੀ, ਪਰ ਉਹ ਚੀਜ਼ਾਂ ਸਟਿਲ ਐਜ ਇਟ, ਜਿਵੇਂ ਉਹ ਸਾਈਟੇਸ਼ਨਾਂ, ਪ੍ਰੋਕਲੇਮੇਸ਼ਨਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਐਜ ਇਟ ਹੀ ਹੈਗੀਆਂ, ਉਹਨਾਂ ਨੂੰ ਇਹ ਵਾਪਸ ਨਹੀਂ ਕਰਵਾ ਸਕੇ। ਤੇ ਉਹ ਸਾਡੇ ਦਿਨਾਂ ਨੂੰ ਜਿਹੜੇ ਯੋਧਿਆਂ ਨੇ ਮਤਲਬ ਇਹ ਐਲਾਨ ਕੀਤੇ ਆ, ਉਹਨਾਂ ਉੱਤੇ ਕੌਮ ਦਾ ਫਰਜ਼ ਬਣਦਾ ਆ ਉਹਨਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ, ਸਿਜਦਾ ਕਰਦੇ ਹੋਏ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੁੱਠੀ ਭਰ ਸਿੰਘਾਂ ਦੀ ਜਿਹੜੇ ਨਾਲ ਲੈ ਕੇ ਅਗਵਾਈ ਕੀਤੀ, ਔਰ ਭਾਰਤੀ ਹਕੂਮਤ ਨੂੰ, ਉਹਨਾਂ ਦੀ ਆਰਮੀ ਨੂੰ ਐਸੇ ਲੋਹੇ ਦੇ ਚਣੇ ਚਵਾਏ। ਉਹ ਇਤਿਹਾਸ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਚਮਕੌਰ ਦੀ ਗੜੀ ਦਾ ਇਤਿਹਾਸ ਜਿਹੜਾ ਉਹ ਇੱਕ ਯਾਦ ਕਰਾ ਦਿੱਤੀ ਆ ਜੀ। ਸੋ ਸਾਨੂੰ ਕੌਮ ਨੂੰ ਕਮਿਟਡ ਹੋ ਕੇ, ਮੈਂ ਇਹਦੇ ਨਾਲ ਰਿਲੇਟ ਕਰਾਂਗਾ ਰੀਸੈਂਟਲੀ ਜੇ ਕਿਉਂ ਸਾਨੂੰ ਖਾਲਿਸਤਾਨ ਦੀ ਲੋੜ ਆ। ਹੁਣ ਭਾਰਤ ਦੇ ਵਿੱਚ ਸਾਡਾ ਭਾਵੇਂ ਉਹ ਜਿਹੜਾ ਮੁੰਡਾ ਕਬੱਡੀ ਪਲੇਅਰ ਸੀ ਸੰਦੀਪ ਨੰਗਲ ਅੰਬੀਆਂ, ਔਰ ਦੀਪ ਸਿੱਧੂ, ਔਰ ਉਸ ਤੋਂ ਬਾਅਦ ਇਹ ਸਿੱਧੂ ਮੂਸੇਵਾਲਾ, ਇਹਨਾਂ ਸਿੰਘਾਂ ਨੂੰ, ਇਹਨਾਂ ਨੌਜਵਾਨਾਂ ਨੂੰ ਮਾਫ ਕਰਨਾ, ਇਹਨਾਂ ਨੌਜਵਾਨਾਂ ਨੂੰ ਆਪਾਂ ਦੇਖੀਏ, ਇਹਨਾਂ ਦੀ ਜਿਹੜੀਆਂ ਸਮੇਂ-ਸਮੇਂ ਤੇ ਸਟੇਟਮੈਂਟਸ ਹੈਗੀਆਂ ਸੋਸ਼ਲ ਮੀਡੀਆ ਤੇ, ਪ੍ਰਿੰਟ ਮੀਡੀਆ ਤੇ, ਸੋ ਕਿਤੇ ਨਾ ਕਿਤੇ ਉਹ ਆਪਣੇ ਪੰਜਾਬ ਦੀ ਗੱਲ ਕਰਦੇ ਸੀ, ਆਪਣੀ ਹੋਂਦ ਦੀ ਗੱਲ ਕਰਦੇ ਸੀ, ਸਾਡੇ ਨਾਲ ਹੋ ਰਹੇ ਧੱਕੇ ਦੀ ਗੱਲ ਕਰਦੇ ਸੀ। ਸੋ ਇਹਦੇ ਪਿੱਛੇ ਸਿੱਧਾ ਹੱਥ ਭਾਰਤੀ ਸਟੇਟ ਦਾ ਆ। ਉਹਨਾਂ ਨੇ ਇੱਕ ਐਸਾ ਮਾਹੌਲ ਸਿਰਜਿਆ ਹੋਇਆ ਪੰਜਾਬ ਦੇ ਵਿੱਚ ਕਿ ਨੌਜਵਾਨ ਗੈਂਗਸਟਰ ਕੌਣ ਬਣਾ ਰਿਹਾ, ਉਹ ਸਟੇਟ ਬਣਾ ਰਹੀ, ਉਹਨਾਂ ਦੀਆਂ ਪਾਲਿਸੀਆਂ ਆ। ਸੋ ਉਹੀ ਫਿਰ ਉਹਨਾਂ ਦੇ ਕਤਲ ਕਰਵਾ ਦਿੰਦੀਆਂ ਜਦੋਂ ਉਹ ਸਿੱਧੇ ਰਾਹ ਤੇ ਪੈਂਦੇ ਆ ਕਿ ਸਾਡੇ ਨਾਲ ਹੋ ਕੀ ਰਿਹਾ, ਸਾਨੂੰ ਵਰਤਿਆ ਕਿਵੇਂ ਜਾ ਰਿਹਾ। ਤਾਂ ਫਿਰ ਜਦੋਂ ਉਹਨਾਂ ਨੂੰ ਉਹ ਚਾਨਣ ਹੋਣਾ ਸ਼ੁਰੂ ਹੁੰਦਾ ਤਾਂ ਉਹ ਆਪਣੀਆਂ ਹੀ ਏਜੰਸੀਆਂ ਦੇ ਰਾਹੀਂ ਇਹ ਸਾਡੇ ਨੌਜਵਾਨਾਂ ਦੇ ਕਤਲ ਕਰਵਾਉਂਦੇ ਆ। ਸੋ ਇਹ ਅੱਜ ਦੇ ਸਮੇਂ ਦੇ ਵਰਤਾਰੇ ਆ ਕਿ ਸਾਡੀ ਨੌਜਵਾਨੀ ਨੂੰ, ਸਾਡੇ ਪਾਣੀਆਂ ਨੂੰ, ਸਾਡੇ ਉੱਥੇ ਵਾਤਾਵਰਨ ਨੂੰ ਗੰਧਲਾ ਕੀਤਾ ਜਾ ਰਿਹਾ। ਸੋ ਕੁੱਲ ਮਿਲਾ ਕੇ ਪੰਜਾਬ ਨੂੰ ਜਿਹੜਾ ਆ ਉਹ ਹੁਣ ਚੈਲੰਜ ਜਿਹੜਾ ਆ ਸਿੱਖ ਕੌਮ ਨੂੰ, ਉਹ ਪੰਜਾਬ ਤੱਕ ਹੀ ਸੀਮਿਤ ਨਹੀਂ ਰਹਿ ਗਿਆ।
ਇਹਨਾਂ ਦੀ ਮਸ਼ੀਨਰੀ, ਇਹਨਾਂ ਦੇ ਫੰਡ, ਇਹਨਾਂ ਦਾ ਸਾਰਾ A to G ਭਾਰਤੀ ਕੌਮ ਦਾ ਡਾਇਸਪੋਰਾ ਦੇ ਵਿੱਚ ਵੀ ਐਕਟਿਵ ਹੋ ਚੁੱਕਿਆ ਆ। ਸੋ ਸਾਨੂੰ ਲੋੜ ਆ, ਸਾਡੀ ਜਿਹੜੀ ਫਾਈਟ ਆ ਉਹ ਹੁਣ ਪੰਜਾਬ ਦੇ ਵਿੱਚ ਤਾਂ ਹੈਗੀ ਆ ਸਾਡੀ ਭਾਰਤੀ ਕਬਜ਼ੇ ਚੋਂ ਆਜ਼ਾਦ ਕਰਾਉਣ ਦੀ, ਪਰ ਸਟਿਲ ਆ ਜਿਹੜੀ ਇਹਨਾਂ ਦਾ ਸਿਸਟਮ ਮਸ਼ੀਨਰੀ ਆ, ਇਹਨਾਂ ਦੇ ਪੇਡ ਏਜੰਟ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਕਰਦੇ ਆ, ਸੋ ਉੱਥੇ ਆਪਣੀਆਂ ਇੰਡੀਅਨ ਪਾਲਿਸੀਆਂ ਨੂੰ ਲਿਆਉਂਦੇ ਆ ਜੀ। ਸੋ ਜਿਹੜਾ ਧਿਆਨ ਨੂੰ ਡਾਈਵਰਟ ਕਰਨਾ ਚਾਹੁੰਦੇ ਆ ਇਹ ਲੋਕ, ਸਾਡੇ ਜਿਹੜਾ ਨਿਸ਼ਾਨੇ ਤੋਂ ਭਟਕਾਉਣਾ ਚਾਹੁੰਦੇ ਆ ਸਾਡੀ ਕੌਮ ਨੂੰ। ਸੋ ਇਹਨਾਂ ਦੀ ਉਸ ਚੀਜ਼ ਜਿਹੜੀਆਂ ਚਾਲਾਂ ਨੂੰ ਵੀ ਸਾਡੀ ਕੌਮ ਨੂੰ ਸਮਝਣ ਦੀ ਲੋੜ ਆ। ਸੋ ਇਹੀ ਕਾਰਨ ਆ ਜਿਹੜਾ ਕੱਲ ਦਾ ਸੈਮੀਨਾਰ ਵੀ ਆ ਗੁਰਦੁਆਰਾ ਸਾਹਿਬ ਕੁਈਨ ਵਿਲੇਜ, ਡਾਕਟਰ ਸਾਹਿਬ ਹੁਣੀ ਡਾਕਟਰ IK ਚੀਮਾ UK ਤੋਂ ਆਏ ਆ। ਸੋ ਸਾਡੀ ਕੌਮ ਤੱਕ ਇੱਦਾਂ ਮੈਸੇਜ ਕਲੈਰਿਟੀ ਜਿਹੜੀ ਆ ਸਮੇਂ-ਸਮੇਂ ਤੇ ਜਾਣੀ ਬਹੁਤ ਜ਼ਰੂਰੀ ਆ, ਤਾਂ ਕਿ ਅਸੀਂ ਆਪਣੇ ਨਿਸ਼ਾਨੇ ਤੋਂ ਭਟਕੀਏ ਨਾ। ਸਾਡਾ ਨਿਸ਼ਾਨਾ ਹੈਗਾ ਕੌਮੀ ਘਰ ਖਾਲਿਸਤਾਨ। ਸੋ ਖਾਲਿਸਤਾਨ ਬਣਿਆ ਬਗੈਰ ਸਾਡਾ ਗੁਜ਼ਾਰਾ ਨਹੀਂ ਹੈਗਾ। ਸਾਡੀਆਂ ਜਨਰੇਸ਼ਨਾਂ ਮਹਿਫੂਜ਼ ਤਦੇ ਹੋਣਗੀਆਂ ਜੇ ਅਸੀਂ ਕਮਿਟਡ, ਡੈਡੀਕੇਟ ਹੋ ਕੇ ਅਸੀਂ ਆਪਣੇ ਕੌਮੀ ਘਰ ਵਾਸਤੇ ਕੰਮ ਕਰੀਏ। ਸੋ ਉਹਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਆ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਵਾਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਬਣੀ ਆ। ਕੌਮ ਦੇ ਬੱਚੇ ਨੂੰ ਪਤਾ ਹੈ ਜੀ, ਅਸੀਂ ਉਹਦੇ ਉੱਤੇ ਫੋਕਸ ਕਰਕੇ ਪ੍ਰੋਗਰਾਮ ਲੀਕ ਰਹੇ ਆ। ਸਾਰੇ ਜਿਹੜੀਆਂ ਅਮਰੀਕਾ, UK, ਯੂਰਪ, ਕੈਨੇਡਾ, ਆਸਟ੍ਰੇਲੀਆ, ਵਰਲਡ ਸਿੱਖ ਪਾਰਲੀਮੈਂਟ ਦੀ ਬਹੁਤ ਵੱਡੀ ਪ੍ਰਾਪਤੀ ਹੈ ਜਿਹੜੀ ਸਟੇਟ ਆਫ ਕਨੈਟੀਕਟ ਨੇ, ਉਹਨਾਂ ਦੀ ਜਨਰਲ ਅਸੈਂਬਲੀ ਨੇ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਪ੍ਰੋਕਲੇਮੇਸ਼ਨ ਦਿੱਤੀ ਹੈ। 29 ਅਪ੍ਰੈਲ ਨੂੰ ਉਹਨਾਂ ਨੇ ਸਿੱਖ ਇੰਡੀਪੈਂਡੈਂਸ ਡੇ ਰੈਕਗਨਾਈਜ਼ ਕੀਤਾ ਔਰ ਉਹਨੂੰ ਫੋਲੋ ਕਰਕੇ ਫਿਰ ਕਨੈਟੀਕਟ ਦੀ ਨਾਰਵਿਚ ਸਿਟੀ ਤੋਂ ਇਲਾਵਾ ਮੈਸੇਚੂਸੇਟਸ ਸਟੇਟ ਦੇ 2 ਪ੍ਰੋਮੀਨੈਂਟ ਮੇਅਰਸ ਨੇ, ਪ੍ਰੋਮੀਨੈਂਟ ਸਿਟੀਜ਼ ਦੇ ਵੀ ਇਹਨੂੰ ਰੈਕਗਨਾਈਜ਼ ਕੀਤਾ। ਸੋ ਮੈਂ ਸਮਝਦਾ ਹਾਂ ਕਿ ਵੀ ਵਰਲਡ ਸਿੱਖ ਪਾਰਲੀਮੈਂਟ ਜਿਹੜਾ 2015 ਦੇ ਸਰਬੱਤ ਖਾਲਸਾ ਦੇ ਰੈਜ਼ੋਲੂਸ਼ਨ ਤੋਂ ਬਾਅਦ ਹੋਣ ਦੇ ਵਿੱਚ ਆਈ, ਉਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਹੀ ਰਿਮਾਰਕੇਬਲ ਹੈ। ਬਿਲਕੁਲ। ਇਹਦੇ ਨਾਲ ਥੋੜਾ ਜਿਹਾ ਜਿਵੇਂ 1984 ਸਿੱਖ ਜੈਨੋਸਾਈਡ ਜਿਹੜੀ ਵਿਉਂਤਬੰਦ ਤਰੀਕੇ ਦੇ ਨਾਲ ਭਾਰਤੀ ਹਕੂਮਤ ਨੇ ਕੀਤੀ, ਉਹਦੇ ਉੱਤੇ ਵੀ ਬਕਾਇਦਾ ਬਿੱਲ ਪਾਸ ਹੋਏ ਆ। ਸਿੱਖ ਕਾਕਸ ਜਿਹੜੀ ਡਾਕਟਰ ਪ੍ਰਿਤਪਾਲ ਸਿੰਘ ਹੋਣੀ, ਬਹੁਤ ਉਹਨਾਂ ਦੇ ਐਫਰਟ ਹੈਗੇ ਆ ਜੀ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ, ਸਕੋਸ਼ ਹਰਜਿੰਦਰ ਸਿੰਘ ਹੋਣੀ, ਪਾਇਨੇਲ ਜਗਰਾਜ ਸਿੰਘ ਹੋਣੀ। ਸੋ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਸਾਰੇ ਐਫਰਟ ਦੇ ਵਿੱਚ ਬਕਾਇਦਾ ਸਹਿਯੋਗ ਹੁੰਦਾ। ਸੋ ਇਹ ਵੀ ਵੱਡੀਆਂ ਪ੍ਰਾਪਤੀਆਂ ਹੈਗੀਆਂ ਸਿੱਖ ਜੈਨੋਸਾਈਡ ਦੀਆਂ। ਸੋ ਇਸ ਤਰੀਕੇ ਦੇ ਨਾਲ ਬਿੱਲ ਜਿਹੜੇ ਆ ਪਾਸ ਹੋਣੇ ਚਾਹੀਦੇ ਆ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਜਿਹੜੇ ਆ ਰੈਕੋਗਨਾਈਜ਼ ਹੋ ਚੁੱਕਿਆ ਆ ਸਿੱਖ ਜੈਨੋਸਾਈਡ ਦੇ ਉੱਤੇ। ਸੋ ਇਹਨਾਂ ਦੇ ਨਾਲ ਜਿਹੜਾ ਭਾਰਤ ਦੀ ਝੂਠੀ ਡੈਮੋਕ੍ਰੇਸੀ ਉਹ ਮਖੌਟਾ ਨੰਗਾ ਹੁੰਦਾ ਆ। ਬਕਾਇਦਾ ਜਿਵੇਂ ਉਹ ਵਿਉਂਤਬੰਦ ਤਰੀਕੇ ਨਾਲ ਪਾਲਿਸੀਆਂ ਦੇ ਨਾਲ ਕੰਮ ਕਰਦੇ, ਉਹਨਾਂ ਕੋਲ ਇੱਕ ਵੱਡੇ ਬਜਟ ਕੰਟਰੀ ਆ, ਪਾਵਰ ਆ। ਸੋ ਉਹਨਾਂ ਦੇ IT ਸੈੱਲ ਆ। ਸੋ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਟੱਕਰ ਦੇ ਰਹੀ ਆ, ਸੋ ਉਹ ਵੀ ਇੱਕ ਸ਼ਲਾਘਾਯੋਗ ਹੈਗੀ ਆ। ਸਾਰੀਆਂ ਜਥੇਬੰਦੀਆਂ ਥਾਂ ਪਰ ਥਾਂ ਆਪਣੇ ਉਦਮ ਉਪਰਾਲੇ ਕਰਦੀਆਂ। ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਆਪਣੀ ਸਾਂਝ ਵਧਾ ਕੇ ਕੰਮ ਕਰਨਾ ਚਾਹੁੰਦੇ, ਅਸੀਂ ਉਹਨਾਂ ਨਾਲ ਤਾਲਮੇਲ ਬਣਾ ਕੇ ਅੱਗੇ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਸੋ ਵਰਲਡ ਸਿੱਖ ਪਾਰਲੀਮੈਂਟ ਇੱਕ ਗਲੋਬਲੀ ਸਿੱਖਾਂ ਦੀ ਅਗਵਾਈ ਕਰਦੇ ਆ। 2015 ਸਰਬੱਤ ਖਾਲਸਾ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਇਹ ਮਤਾ ਸੀ। ਸੋ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਮਾਰਾ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ। ਸੋ ਉਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ ਜੀ, ਆਪਾਂ ਸਾਰੇ ਜਾਣਦੇ ਆ। ਤੇ ਮੇਰੇ ਖਿਆਲ 'ਚ ਸਾਨੂੰ ਕੌਮ ਨੂੰ ਤਕੜੇ ਹੋ ਕੇ ਇਹਦੇ ਉੱਤੇ ਡੈਡੀਕੇਟ ਹੋ ਕੇ ਤਾਲਮੇਲ ਰੱਖ ਕੇ ਅੱਗੇ ਵਧਣ ਦੀ ਲੋੜ ਹੈ ਜੀ। ਔਰ ਮੈਂ ਇਹ 'ਚ ਗੱਲ ਹੋਰ ਐਡ ਕਰਨਾ ਚਾਹੁੰਦਾ ਕਿ ਭਾਈ ਸਾਡੀ ਜਿਹੜੀ ਪਹੁੰਚ ਹੈ ਔਰ ਖਾਸ ਤੌਰ ਤੇ 38 ਵਰ੍ਹਿਆਂ ਬਾਅਦ ਅਸੀਂ ਜਿੱਥੇ ਪਹੁੰਚੇ ਹਾਂ, ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਹੋਣੀ ਚਾਹੀਦੀ ਔਰ ਹੈ ਵੀ ਹੈ। ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਸਾਡੀਆਂ ਧਿਰਾਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਨੇ ਬੜੀ ਮਜ਼ਬੂਤੀ ਨਾਲ ਗੱਲ ਨੂੰ ਉੱਥੇ ਜਿਉਂਦਿਆਂ ਰੱਖਿਆ ਔਰ 5 ਔਰ 6 ਜੂਨ ਨੂੰ, ਜਿਵੇਂ 5 ਤਰੀਕ ਦਾ ਅੰਮ੍ਰਿਤਸਰ 'ਚ ਆਜ਼ਾਦੀ ਮਾਰਚ ਸੀ ਔਰ 6 ਨੂੰ ਅਕਾਲ ਤਖ਼ਤ ਸਾਹਿਬ ਤੇ ਹਜ਼ਾਰਾਂ ਸਾਡੇ ਨੌਜਵਾਨਾਂ ਦਾ ਇਕੱਠ, ਇਹ ਦੱਸਦਾ ਹੈ ਵੀ ਸਾਡੀ ਧਰਤੀ ਦੇ ਉੱਤੇ ਇਹ ਮੂਵਮੈਂਟ ਕਿੰਨੀ ਮਜ਼ਬੂਤ ਹੈ। ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਦਾ ਰੈਫਰੈਂਡਮ 2020 ਦਾ ਜਿਹੜਾ ਕੈਂਪੇਨ ਹੈ, ਉਹ ਵੀ ਜਿਵੇਂ ਇੰਗਲੈਂਡ ਦੇ ਵਿੱਚ ਔਰ ਇਟਲੀ ਦੇ ਵਿੱਚ ਵੋਟਾਂ ਪਈਆਂ ਨੇ,
ਸੋ ਕੌਮ ਜਿਹੜਾ ਮੂਲ ਤੁਹਾਡਾ ਸਵਾਲ ਸੀ ਕਿ 38 ਸਾਲ ਬਾਅਦ ਜੇ ਤੁਸੀਂ ਇਸ ਵੇਲੇ ਕੌਮ ਦਾ ਮਿਜ਼ਾਜ ਦੇਖੋ, ਮੂਡ ਦੇਖੋ, ਉਹ ਬਿਲਕੁਲ ਆਜ਼ਾਦੀ ਪ੍ਰਸਤ ਹੈ। ਉਹਦੇ 'ਚ ਕੋਈ ਇਫ ਐਂਡ ਬਟ ਨਹੀਂ ਹੈ। ਜਿੰਨੇ ਮੁੱਖ ਗੁਰਦੁਆਰੇ ਨੇ ਡਾਇਸਪੋਰਾ 'ਚ, ਉਹਨਾਂ 'ਚ ਜਿੱਥੇ ਈਵਨ ਵੋਟਾਂ ਰਾਹੀਂ ਜਿਹੜੀਆਂ ਨੇ ਕਮੇਟੀਆਂ ਚੁਣੀਆਂ ਜਾਂਦੀਆਂ ਨੇ, ਉਹਨਾਂ 'ਚ ਵੀ ਖਾਲਿਸਤਾਨ ਪੱਖੀ ਕਮੇਟੀਆਂ ਹੀ ਜਿਹੜੀਆਂ ਹੋਣ ਚਾਹੁੰਦੀਆਂ, ਭਾਵੇਂ ਉਹਨਾਂ ਦੇ ਆਪਸ 'ਚ ਵੀ ਗਰੁੱਪ ਨੇ, ਲੇਕਿਨ ਅਲਟੀਮੇਟਲੀ ਇਹ ਗੱਲ ਆਪਣੇ ਆਪ 'ਚ ਸਾਬਤ ਕਰਦੀ ਹੈ ਵੀ ਜਿਹੜਾ ਇਹਨਾਂ ਦਾ ਝੂਠਾ ਪ੍ਰਚਾਰ ਸੀ ਕਿ ਜੀ ਇਹਦਾ ਐਵੇਂ 2.5 ਟੋਟਰੂ ਸਿੱਖ ਨੇ, ਇਹਨਾਂ ਨੂੰ ਕੌਣ ਹੈ, ਐਵੇਂ ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਹੈ, ਜਾਂ ਇਹ ਟ੍ਰਿਗਰ ਹੈਪੀ ਲੋਕ ਨੇ। ਅੱਜ 35 ਮਿਲੀਅਨ ਸਿੱਖਾਂ ਨੇ ਦੱਸ ਦਿੱਤਾ ਹੈ ਕਿ ਕੌਮ ਜਿਹੜੀ ਹੈ ਆਪਣੇ ਨਿਸ਼ਾਨੇ ਦੇ ਲਈ ਪੂਰੀ ਤਰ੍ਹਾਂ ਦ੍ਰਿੜ ਸੰਕਲਪ ਹੈ ਔਰ ਅਲਟੀਮੇਟਲੀ ਇਸ ਨੂੰ ਹਾਸਲ ਕਰੇਗੀ। ਜੀ ਬਿਲਕੁਲ। ਡਾਕਟਰ ਚੀਮਾ, ਜਿਵੇਂ ਮੈਂ ਤੁਹਾਡੇ ਕੋਲੋਂ ਇੱਕ ਪੁੱਛਣਾ ਚਾਹੁੰਦਾ, ਤੁਸੀਂ ਯੂਨਾਈਟਿਡ ਨੇਸ਼ਨਸ ਦੇ ਐਡਵਾਈਜ਼ਰੀ ਪੈਨਲ ਦੇ ਉੱਤੇ ਹੈਗੇ ਹੋ। ਜਿਵੇਂ ਹੁਣ ਇਸ ਸਾਲ ਅਮਰੀਕਾ ਦੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਆ, ਉਹਦੇ 'ਚ ਇੰਡੀਆ ਨੂੰ ਮਤਲਬ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਬਹੁਤ ਵੱਡੇ ਲੈਵਲ ਤੇ ਕੁਐਸਚਨ ਕੀਤਾ ਜਾਂਦਾ ਹੈ। ਪਰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਯੂਨਾਈਟਿਡ ਨੇਸ਼ਨਸ ਤੱਕ ਮਤਲਬ ਹੁਣ ਜਿਹੜੇ ਆ ਇਸ਼ੂਜ਼ ਚੱਲ ਰਹੇ ਨੇ ਇਸਲਾਮੋਫੋਬੀਆ ਤੋਂ ਲੈ ਕੇ, ਜਿਵੇਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉੱਥੇ, ਜਿਸ ਕਿਸਮ ਦੀ ਸੱਤਾਧਾਰੀ ਧਿਰ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹ ਕੱਲਾ ਮੁਸਲਮਾਨ ਨੇਸ਼ਨਸ ਵੱਲੋਂ ਨਹੀਂ, ਯੂਨਾਈਟਿਡ ਨੇਸ਼ਨਸ ਤੱਕ ਨੇ ਉਸ ਚੀਜ਼ ਨੂੰ ਕੰਡੈਮ ਕੀਤਾ। ਸੋ ਅਸੀਂ ਇੱਕ ਮਾਈਨੋਰਿਟੀ ਹੋਣ ਦੇ ਨਾਤੇ ਭਾਰਤ ਦੇ ਵਿੱਚ ਜਾਂ ਇੱਥੇ ਡਾਇਸਪੋਰਾ ਦੇ ਵਿੱਚ ਬੈਠਿਆਂ ਅਮਰੀਕਾ ਤੋਂ ਜਾਂ ਯੂਨਾਈਟਿਡ ਨੇਸ਼ਨਸ ਤੋਂ ਕੀ ਐਕਸਪੈਕਟ ਕਰ ਸਕਦੇ ਆ, ਜਾਂ ਜਿਹੜੀਆਂ ਇਹ ਬਿਆਨਬਾਜ਼ੀਆਂ ਨੇ ਕੀ ਇਹ ਐਕਸ਼ਨਸ ਦੇ ਵਿੱਚ ਤਬਦੀਲ ਹੋ ਸਕਦੀਆਂ ਨੇ? ਦੇਖੋ ਅਮਰਵੀਰ, ਇਦਾਂ ਆ ਕਿ ਜਿਹੜੀ ਭਾਰਤ ਦੇ ਵਿੱਚ ਜੋ ਹੁਣ ਮੁਸਲਮਾਨਾਂ ਨਾਲ ਹੋ ਰਿਹਾ ਤੇ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ। ਮੋਦੀ ਜਦੋਂ ਪਹਿਲਾਂ ਆਇਆ ਉਦੋਂ ਗੁਜਰਾਤ 'ਚ ਜਿਸ ਤਰ੍ਹਾਂ ਮੁਸਲਮਾਨ ਦਾ ਕਤਲੇਆਮ ਹੋਇਆ, ਔਰ ਹੁਣ ਜਿੰਨੀ ਮੋਦੀ ਸਰਕਾਰ ਆਈ ਇਹ ਸਭ ਕੁਝ ਹੋ ਰਿਹਾ, ਜਿੱਤੇ UN ਵੱਲੋਂ ਬਾਰ-ਬਾਰ ਇਹਨੂੰ ਕੰਡੈਮ ਕੀਤਾ ਗਿਆ। ਪੈਂਡੈਮਿਕ ਜਿਹੜੀ ਹੇਟ ਸਪੀਚ ਦੀ ਇੱਕ ਕੈਂਪੇਨ ਚੱਲੀ ਸੀ, ਜਿਸ ਤਰ੍ਹਾਂ ਦਿੱਲੀ 'ਚ ਪਹਿਲਾਂ ਮੁਸਲਮਾਨ ਦਾ ਕਤਲੇਆਮ ਹੋਇਆ ਔਰ ਉਹਦੇ ਬਾਅਦ ਤਬਲੀਗੀ ਜਮਾਤ ਨੂੰ ਕਿਹਾ ਗਿਆ ਕਿ ਕਰੋਨਾ ਜਹਾਦ ਕਰਨ ਲੱਗ ਪਏ ਆ, ਔਰ ਉਹਨਾਂ ਕਿੱਡੀ ਵੈਸੇ ਬੇਸ਼ਰਮੀ ਦੀ ਗੱਲ ਆ ਕਿ ਜਿਨ੍ਹਾਂ ਤਬਲੀਗੀਆਂ ਨੂੰ ਤੁਸੀਂ ਟਾਰਗੇਟ ਕੀਤਾ, ਬਾਅਦ 'ਚ ਉਹਨਾਂ ਦੇ ਪਲਾਜ਼ਮਾ ਤੁਸੀਂ ਵਰਤਿਆ। ਇੰਡੀਅਨ ਸਰਕਾਰ ਨੇ ਆਪਣੇ ਲੋਕਾਂ ਨੂੰ ਰਿਕਵਰ ਕਰਾਉਣ ਲਈ ਉਹਨਾਂ ਦੇ ਬਲੱਡ ਜਿਹੜਾ ਵਰਤਿਆ ਗਿਆ। ਉਹ ਤੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਦੀ ਜਿਹੜੀ ਚੀਫ ਹੈ ਮਿਸ਼ੇਲ ਬੈਸ਼ਲੇ, ਉਹਨੇ ਬਹੁਤ ਤਗੜੀਆਂ 3-4 ਸਟੇਟਮੈਂਟਾਂ ਦਿੱਤੀਆਂ। ਭਾਰਤ ਸਰਕਾਰ ਨੇ ਉੱਤੇ ਬਾਅਦ 'ਚ ਮਾਜ਼ਰਤ ਵੀ ਕੀਤੀ। ਇਸੇ ਤਰ੍ਹਾਂ ਹੀ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਜਿਹੜਾ ਗਲੋਬਲ ਰਿਪੋਰਟ ਜਾਰੀ ਕਰਦਾ ਪੂਰੀ ਦੁਨੀਆ 'ਚ ਧਾਰਮਿਕ ਆਜ਼ਾਦੀ ਬਾਰੇ, ਔਰ ਸਟੇਟ ਡਿਪਾਰਟਮੈਂਟ ਨੂੰ ਰਿਕਮੈਂਡ ਕਰਦਾ ਵੀ ਕੁਝ ਇਹਨਾਂ ਨੂੰ CPC ਯਾਨੀ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨ ਕੇ ਔਰ ਇਹਨਾਂ ਤੇ ਸੈਂਕਸ਼ਨ ਲਾਓ। ਰਿਪੋਰਟ ਉਹਨਾਂ ਦਾ ਇਹ ਹੁਣ ਤੀਸਰਾ ਕੰਜ਼ੈਕਟਿਵ ਸਾਲ ਹੈ ਜਦੋਂ ਅਮਰੀਕਨ ਸਰਕਾਰ ਨੂੰ ਕਿਹਾ ਵੀ ਇਹਨਾਂ ਨੂੰ CPC ਐਲਾਨਿਆ ਜਾਏ। ਉਹਦਾ ਪ੍ਰਭਾਵ ਭਾਰਤ ਸਰਕਾਰ ਤੇ ਪੈਂਦਾ ਹੈ, ਪਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇਸ ਤਰ੍ਹਾਂ UN 'ਚ ਵੀ ਸਟੇਟਮੈਂਟਾਂ ਤੇ ਆ ਜਾਂਦੀਆਂ ਵਾ। UN ਸੈਕਟਰੀ ਜਨਰਲ ਅੰਟੋਨੀਓ ਗੁਟਾਰਸ ਨੇ ਬੜੀ ਵਾਰੀ ਇਸ ਚੀਜ਼ ਨੂੰ ਕੰਡੈਮ ਕੀਤਾ ਕਿ ਇਦਾਂ ਨਹੀਂ ਹੋਣਾ ਚਾਹੀਦਾ। ਹੁਣ ਦੋ ਚੀਜ਼ਾਂ ਵਾ, ਯੂਨਾਈਟਿਡ ਨੇਸ਼ਨਸ ਜਿਹੜੀ ਆ ਉਹਦੇ ਕੋਲ ਜਿਹੜੀ ਪਾਵਰ ਆਫ ਇੰਪਲੀਮੈਂਟੇਸ਼ਨ ਹੈ ਕਿਸੇ ਸ਼ਹਿਰ ਦੀ ਵੀ, ਜਾਂ ਆਪਣੇ ਕਿਸੇ ਸ਼ਹਿਰ ਨੂੰ ਮਨਵਾਉਣ ਦਾ ਜਿਹੜਾ ਪਲੇਟਫਾਰਮ ਹੈ ਉਹ ਥਰੂ ਮੈਂਬਰ ਸਟੇਟਸ ਹੈ। ਯੂਨਾਈਟਿਡ ਨੇਸ਼ਨਸ ਕਿਸੇ ਸ਼ਹਿਰ ਨੂੰ ਐਲਾਨ ਸਕਦੀ ਹੈ ਵੀ ਇਹ ਚੀਜ਼ ਠੀਕ ਹੈ ਤੇ ਇਹ ਠੀਕ ਨਹੀਂ, ਪਰ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੀ, ਕਿਉਂਕਿ ਕਈ ਵਾਰੀ ਆਪਾਂ ਕਨਫਿਊਜ਼ ਕਰ ਜਾਂਦੇ ਹਾਂ UN ਨੂੰ। UN ਕੋਈ ਇੰਟਰਨੈਸ਼ਨਲ ਆਰਮੀ ਨਹੀਂ, ਨਾ ਹੀ ਉਹਦੀ ਕੋਈ ਆਪਣੀ ਪੁਲਿਸ ਫੋਰਸ ਹੈ। ਉਹਦੀ ਜਿਹੜੀ ਮੈਂਬਰ ਸਟੇਟਸ ਆ ਉਹਦੀਆਂ ਐਲਾਨੀਆਂ ਚੀਜ਼ਾਂ ਦੇ ਪੈਰਾ ਦਿੰਦੀਆਂ ਨੇ। ਉਹਦੇ 'ਚ ਫਿਰ ਹੁਣ ਬਹੁਤ ਸਾਰੇ ਕਮਰਸ਼ੀਅਲ ਮੁਲਕਾਂ ਦੇ ਜਿਹੜੇ ਇੰਟਰਸਟ ਆ ਉਹ ਆ ਜਾਂਦੇ ਆ ਵੀ ਅਸਾਂ ਟ੍ਰੇਡ ਏਡ ਜਿਹੜੀ ਆ ਉਹ ਕਰਨੀ ਹੈ ਕਿਸੇ ਮੁਲਕ ਨਾਲ, ਅਸੀਂ ਉੱਤੇ ਅੱਖਾਂ ਮੀਟ ਲੈਂਦੇ ਆ। ਪਰ ਅਸੀਂ ਮੇਰੇ ਵਰਗੇ ਬੰਦੇ ਹਮੇਸ਼ਾ ਇਹ ਕਹਿੰਦੇ ਆ ਵੀ ਜੇ ਤੁਸੀਂ ਚੀਜ਼ਾਂ ਤੇ ਕੰਪਰੋਮਾਈਜ਼ ਕਰਨ ਲੱਗ ਜਾਂਦੇ ਹੋ ਟ੍ਰੇਡ ਐਂਡ ਏਡ ਦੇ ਨਾਂ ਤੇ ਫਿਰ ਉਹ ਕੌਨਫਲਿਕਟ ਰਿਜ਼ੋਲਵ ਨਹੀਂ ਹੁੰਦਾ, ਵੱਧ ਜਾਂਦਾ। ਜਿਸ ਤਰ੍ਹਾਂ ਹੁਣ ਅਸੀਂ ਦੇਖਦੇ ਹਾਂ ਯੂਕਰੇਨ ਦੀ ਸਿਚੁਏਸ਼ਨ ਇਸ ਵੇਲੇ ਪੂਰੀ ਦੁਨੀਆ ਲਈ ਇੱਕ ਬਹੁਤ ਵੱਡਾ ਇੱਕ ਕਿਹਾ ਜਾ ਰਿਹਾ ਕਿ ਇੱਕ ਥਰਡ ਵਰਲਡ ਵਾਰ ਸ਼ੁਰੂ ਹੋ ਸਕਦੀ ਹੈ ਇਹਦੇ ਨਾਲ। ਉਹ ਟ੍ਰਿਗਰ ਕਿਸ ਤਰ੍ਹਾਂ ਹੋਈ, ਜਿਹਨੂੰ ਰਸ਼ੀਆ ਨੇ ਪਹਿਲਾ ਹਮਲਾ ਕੀਤਾ ਸੀਗਾ ਔਰ ਕ੍ਰਾਈਮੀਆ ਦੇ ਕੁਝ ਹਿੱਸੇ ਤੇ ਕਬਜ਼ਾ ਕੀਤਾ 2014 ਔਰ 15 'ਚ ਉਹ ਕੰਪੇਨ ਮੁੱਕੀ। ਉਸ ਵੇਲੇ ਦੁਨੀਆ ਨੇ ਕੋਈ ਭਾਰੀ ਰਿਸਪੌਂਸ ਨਹੀਂ ਦਿੱਤਾ, ਜਿਹਦੀ ਵਜ੍ਹਾ ਤੋਂ ਉਹਨੂੰ ਹੋਰ ਹੰਗਾਰਾ ਮਿਲਿਆ ਔਰ ਉਹਨੇ ਹੁਣ ਫੁੱਲ ਫਲੈਜ ਅਟੈਕ ਯੂਕਰੇਨ ਤੇ ਕੀਤਾ। ਅਸੀਂ ਜਿਹੜੀ ਦੁਨੀਆ ਦੀਆਂ ਵੱਡੀਆਂ ਕੌਮਾਂ ਸੀਗੀਆਂ ਉਹ 5-6 ਸਾਲ ਰਸ਼ੀਆ ਨਾਲ ਆਪਣੇ ਸੰਬੰਧ ਠੀਕ ਰੱਖ ਕੇ ਚੱਲਦੀਆਂ ਰਹੀਆਂ, ਆਪਣੀ ਤੇਲ ਦੀ ਸਪਲਾਈ ਲਈ, ਆਪਣੀ ਝੋਨੇ ਤੇ ਰਾਈਸ ਦੀ ਸਪਲਾਈ ਤੇ ਸਾਰੀਆਂ ਚੀਜ਼ਾਂ ਲਈ। ਉਹਦਾ ਨਤੀਜਾ ਹੁਣ ਅਸੀਂ ਦੇਖ ਰਹੇ ਹਾਂ। ਜੇ ਭਾਰਤ ਨੂੰ ਨਾ ਰੋਕਿਆ ਗਿਆ ਘੱਟ ਗਿਣਤੀਆਂ ਦੇ ਕਾਰਨ ਤੋਂ, ਇਹ ਭਾਰਤ ਲਈ ਵੈਸੇ ਸੈਲਫ ਡਿਸਟਰਕਟਿਵ ਹੈ ਬਹੁਤ ਜ਼ਿਆਦਾ। ਭਾਰਤ ਦੀ ਸਾਰੀ ਹਰ ਪਾਸੇ ਥੂ ਹੁੰਦੀ ਹੈ। ਜਿਸ ਤਰ੍ਹਾਂ ਹੁਣ ਜਿਹੜੀਆਂ ਸਟੇਟਮੈਂਟਸ ਆਈਆਂ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਗੁਸਤਾਖੀ ਕੀਤੀ ਗਈ BJP ਵੱਲੋਂ,
ਉਹ ਅਰਬ ਮੁਲਕ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਇਹ ਸੋਚਦੇ ਸੀ ਕਿ ਇਹ ਸੁੱਤੇ ਹੋਏ ਆ, ਇਹਨਾਂ ਵਿੱਚ ਕੋਈ ਕਸ਼ਮੀਰੀ ਮੁਸਲਮਾਨਾਂ ਦੀ ਆਵਾਜ਼ ਨੂੰ ਹੰਕਾਰਾ ਨਹੀਂ ਮਿਲਦਾ, ਗਟਲੈਸ ਨੇ, ਕੁਝ ਕਰਦੇ ਨਹੀਂ ਕਿਉਂਕਿ ਬਹੁਤ ਵੱਡੇ ਉਹਨਾਂ ਦੇ ਕਮਰਸ਼ੀਅਲ ਇੰਟਰਸਟ ਹੈ, ਉੱਥੇ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ। ਈਵਨ ਜਿਹੜੇ ਤੇ ਰੂਲਰ ਆ ਉਹਨਾਂ ਨੂੰ ਵੀ ਹੁਣ ਕੰਪੈਲ ਹੋਣਾ ਪਿਆ ਇਸ ਚੀਜ਼ ਨੂੰ ਕੰਡੈਮ ਕਰਨ ਲਈ, ਕਿਉਂਕਿ ਹਰ ਬੰਦੇ ਦੇ ਮਨ 'ਚ ਆਪਣੇ ਧਰਮ ਲਈ ਜਜ਼ਬਾ ਹੁੰਦਾ ਵਾ। ਬਹੁਤ ਸਾਰਾ ਕੁਝ ਹੋਰ ਕਰਨ ਦੀ ਲੋੜ ਹੈ। ਮੈਂ ਸਿੱਖ ਡਾਇਸਪੋਰਾ ਨੂੰ ਵੀ ਇਹ ਬੇਨਤੀ ਕਰਨਾ ਕਿ ਇਸ ਵਕਤ ਤੁਹਾਡੇ ਜਿਹੜੀ ਅੰਦਰ ਜਾਗਰਤੀ ਆ ਬਹੁਤ ਆ, ਇਹਨੂੰ ਹੁਣ ਤੁਸੀਂ ਇੰਟਰਨੈਸ਼ਨਲ ਫੋਰਮਸ ਤੱਕ ਜਿਹੜਾ ਉੱਥੇ ਪ੍ਰੈਜ਼ੈਂਟ ਕਰਨ ਦਾ ਤਰੀਕਾ ਹੈ ਉੱਦਾਂ ਲੈ ਕੇ ਜਾਓ। ਜਿਹੜਾ ਇੱਥੇ ਸਾਡੇ ਵੀਰਾਂ ਨੇ ਉਦਮ ਕੀਤਾ ਹੈ ਉਹ ਬਹੁਤ ਸ਼ਲਾਘਾਯੋਗ ਹੈ। ਜਿਸ ਤਰ੍ਹਾਂ ਅਸੈਂਬਲੀਆਂ ਤੋਂ ਮਤੇ ਪਾਸ ਹੋਣਾ, ਉਹਨੂੰ ਇੱਕ ਲੈਜੀਟੀਮੇਸੀ ਮਿਲਦੀ ਸਾਡੇ ਕਲੇਮ ਨੂੰ, ਜਿਹੜੇ ਜਿਸ ਤਰ੍ਹਾਂ ਸਾਡੇ ਡਾਕਟਰ ਸਾਹਿਬ ਹਮੇਸ਼ਾ ਪਾਤਸ਼ਾਹੀ ਦਾਅਵੇ ਦੀ ਜਿਹੜੀ ਗੱਲ ਕਰਦੇ ਨੇ, ਉਹ ਬਹੁਤ ਜ਼ਿਆਦਾ ਸਟਰੈਂਥਨ ਹੁੰਦਾ ਜਦੋਂ ਇੱਥੇ ਦੀ ਮੇਨ ਸਟ੍ਰੀਮ ਲੈਜਿਸਲੇਚਰ ਜਿਹੜੀਆਂ ਇਦਾਂ ਦੇ ਮਤੇ ਪਾਸ ਕਰਦੀਆਂ, ਪ੍ਰੋਕਲੇਮੇਸ਼ਨ ਇਸ਼ੂ ਕਰਦੀਆਂ। ਇਸੇ ਤਰ੍ਹਾਂ ਜਿਹੜਾ ਕੌਮ ਦੀ ਦਾ ਘੱਲੂਕਾਰਾ ਹੈ ਜਾਂ ਜੈਨੋਸਾਈਡ ਹੈ, ਉਹਦੇ ਬਾਰੇ ਜੋ ਵੀ ਕੰਮ ਹੋ ਰਿਹਾ, ਤੁਹਾਨੂੰ ਪਤਾ ਪਿਛਲੇ ਐਸੇ ਸਾਲ ਹੀ ਟੈਕਸਸ ਗਏ ਸੀ, ਉੱਥੇ ਸੀ ਟੈਕਸਸ ਦੇ ਕੁਝ ਲੈਜਿਸਲੇਟਰਸ ਨਾਲ ਗੱਲ ਕੀਤੀ ਹੈ, ਹੋਰ ਸਟੇਟਾਂ ਚੱਲ ਰਹੀ ਹੈ ਕਿ ਸਿੱਖ ਕੌਮ ਦੀ ਜਿਹੜੀ ਜੈਨੋਸਾਈਡ ਹੈ ਉਹਨੂੰ ਰੈਕਗਨਾਈਜ਼ ਕੀਤਾ ਜਾਏ। ਜੈਨੋਸਾਈਡ ਦੀ ਰੈਕਗਨੀਸ਼ਨ ਕਰਾਣੀ ਅਮਰੀਕਾ 'ਚ ਕਾਫੀ ਕੰਪਲਿਕੇਟਿਡ ਚੀਜ਼ ਹੈ। ਲੋਕ ਕਈ ਵਾਰੀ ਕਹਿ ਦਿੰਦੇ ਜੀ ਆਰਮੀਨੀਆ ਦੀ ਰੈਕਗਨਾਈਜ਼ ਹੋ ਗਈ। ਹੁਣ ਆਰਮੀਨੀਅਨਸ ਦੀ ਜੈਨੋਸਾਈਡ ਤਕਰੀਬਨ 1 ਸਦੀ ਬਾਅਦ ਉਹਨਾਂ ਦੀ ਜੈਨੋਸਾਈਡ ਹੋਣ ਦੇ ਬਾਅਦ ਹੋਈ, ਔਰ ਹੋਈ ਵੀ ਇਸ ਵਾਸਤੇ ਕਿਉਂਕਿ ਉਸ ਸਮੇਂ ਹੋਈ ਹੈ ਜਦੋਂ ਅਮਰੀਕਨ ਸਰਕਾਰ ਦੇ ਟਰਕਿਸ਼ ਸਰਕਾਰ ਦੇ ਨਾਲ ਸੰਬੰਧ ਚੰਗੇ ਨਹੀਂ ਸਨ। ਸੋ ਟਰਕਿਸ਼ ਜਿਹਦੀ ਸਰਕਾਰ ਹੈ ਉਹਨੂੰ ਐਮਬੈਰਸ ਕਰਨ ਲਈ ਅਮਰੀਕਨਸ ਨੇ ਇੱਕ ਪੋਲੀਟੀਕਲ ਇਸ਼ੂ ਦੇ ਤੌਰ ਤੇ ਉਹਨੂੰ ਰੈਕਗਨਾਈਜ਼ ਕਰ ਲਿਆ। ਹੁਣ ਸਾਡਾ ਤੇ ਨਾ ਕੋਈ ਆਪਣਾ ਘਰ ਹੈ, ਨਾ ਕੋਈ ਸਾਡਾ ਦੇਸ਼ ਹੈ, ਅਸੀਂ ਤੇ 4 ਟੋਟਲ ਆ ਤੇ ਪੂਰਾ ਸਾਡਾ ਡਾਇਸਪੋਰਾ ਸਾਡੇ ਨਾਲ ਜੁੜਿਆ ਜਿਹੜਾ ਕੌਮ ਦੇ ਸੰਘਰਸ਼ ਯੋਗਦਾਨ ਪਾ ਰਿਹਾ। ਇਹ ਸਾਰੀਆਂ ਚੀਜ਼ਾਂ ਜੋ ਹੋ ਰਹੀਆਂ ਇੱਥੇ ਜਿੰਨੀ ਜੈਨੋਸਾਈਡ ਸਾਡੀ ਰੈਕਗਨਾਈਜ਼ ਹੋਵੇ ਲੈਜਿਸਲੇਚਰ 'ਚ, ਜਿੰਨੇ ਸਾਡੀ ਸੋਵਰਨਟੀ ਦੇ ਪ੍ਰਤੀ, ਜਿਸ ਤਰ੍ਹਾਂ ਹੁਣ ਡਾਕਟਰ ਸਾਹਿਬ ਨੇ ਮਤੇ ਦੀ ਗੱਲ ਕੀਤੀ ਆ ਪ੍ਰੋਕਲੇਮੇਸ਼ਨ ਦੀ, ਇਹ ਪਾਸ ਹੋਣ, ਇਹੀ ਸਾਡੀ ਇੱਕ ਲੈਜੀਟੀਮੇਸੀ ਬਣਾਉਣਗੀਆਂ ਜਿਹੜੀਆਂ ਅਸੀਂ ਇਹਨੂੰ ਕੱਲ ਨੂੰ ਇੰਟਰਨੈਸ਼ਨਲ ਟ੍ਰਿਬਿਊਨਲਸ ਲੈ ਕੇ ਜਾ ਸਕਦੇ ਹਾਂ, UN ਤੱਕ ਲੈ ਕੇ ਜਾ ਸਕਦੇ ਹਾਂ ਕਿ ਜਿਹੜੇ ਪਰਪਟਰੇਟਰ ਆਫ ਵਾਇਲੈਂਸ ਆ ਉਹਨਾਂ ਨੂੰ ਟਰਾਈ ਕੀਤਾ ਜਾਏ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜ਼ਿਕਰ ਵੀ ਕੀਤਾ ਸਾਰੇ ਹਾਲਾਤਾਂ ਦਾ ਤੇ ਅਦਰਵਾਈਜ਼ ਵੀ ਇਸ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ, ਮਤਲਬ ਪਿਛਲੇ 38 ਸਾਲਾਂ ਦੇ ਸੰਘਰਸ਼ ਨੂੰ ਦੇਖਦੇ ਹਾਂ ਜਿਸ ਮੁਕਾਮ ਤੇ ਅੱਜ ਖੜੇ ਆ, ਹੁਣ ਅਗਾਂਹ ਕੀ, ਅੱਗੇ ਕੀ, ਮਤਲਬ ਇਹ ਸਾਰੇ ਇਮੋਸ਼ਨਸ ਇੱਕ ਚੀਜ਼ ਹੈਗੀ ਆ, ਤੁਹਾਡੀ ਭਾਵਨਾ, ਤੁਹਾਡਾ ਅਕੀਦਾ, ਤੁਹਾਡਾ ਸਟਰਗਲ ਉਹ ਆਪਣੀ ਥਾਂ ਦੇ ਉੱਤੇ ਹੈ, ਬਟ ਉਹਨੂੰ ਐਕਸ਼ਨਸ ਦੇ ਵਿੱਚ ਕਨਵਰਟ ਕਰਨਾ ਤੇ ਉਹਦੇ ਚੋਂ ਕੁਝ ਪ੍ਰਾਪਤ ਕਰਨਾ, ਕੁਝ ਟੈਂਜੀਬਲ ਤੁਹਾਡੇ ਹੱਥ ਦੇ ਵਿੱਚ ਆਉਣਾ, ਜਿਹਨੂੰ ਫੜ ਕੇ ਤੁਸੀਂ ਕਹੋ ਵੀ ਹਾਂਜੀ ਠੀਕ ਹੈ ਅਸੀਂ 2 ਸਟੈਪ ਅੱਗੇ ਗਏ ਆ ਜਾਂ ਹੁਣ ਅਸੀਂ ਮੰਜ਼ਿਲ ਤੱਕ ਪਹੁੰਚਾਂਗੇ, ਇਸ ਤਰ੍ਹਾਂ ਪਹੁੰਚਾਂਗੇ, ਉਹ ਜਦੋਂ ਦੇਖਦੇ ਹੋ ਤੇ ਉਹਦੇ 'ਚ ਕਿੱਥੇ ਕੁ ਖੜਾ ਮਹਿਸੂਸ ਕਰਦੇ ਹੋ ਤੇ ਉਹਦੇ ਨੈਕਸਟ ਸਟੈਪਸ ਦੇ ਵਿੱਚ ਕੀ ਨਜ਼ਰ ਆਉਂਦਾ? ਦੇਖੋ, ਇਮੋਸ਼ਨਸ ਬਹੁਤ ਇੰਪੋਰਟੈਂਟ ਹੁੰਦੀਆਂ ਕਿਉਂਕਿ ਡਰਾਈਵਿੰਗ ਫੋਰਸ ਹੁੰਦੀ ਹੈ। ਅਦਰਵਾਈਜ਼ ਕੋਈ ਵੀ ਕੌਮ ਜਿਉਂਦੀ ਨਹੀਂ ਰਹਿ ਸਕਦੀ। ਜੇ ਅਸੀਂ ਅਰਦਾਸ 'ਚ ਵੀ 2 ਵੇਲੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਹਿਸਟਰੀ ਨੂੰ ਰਿਮੈਂਬਰ ਕਰਨਾ ਵੀ ਹੈ ਤੇ ਇਹ ਆਪਣੇ ਆਪ ਨੂੰ ਵੀ ਰੋਜ਼ਾਨਾ ਯਾਦ ਦਹਾਨੀ ਕਰਵਾਉਣਾ ਹੁੰਦਾ ਹੈ ਕਿ ਜਿਸ ਸਿੱਖੀ ਦਾ ਅਸੀਂ ਹਿੱਸਾ ਹੈ, ਅਸੀਂ ਸਿੱਖ ਹਾਂ, ਸਿਰਾਂ ਤੇ ਦਸਤਾਰਾਂ ਨੇ, ਨਾਲ ਸਾਡੇ ਸਿੰਘ ਕੌਰ ਲੱਗਾ ਹੋਇਆ ਹੈ, ਇੱਥੋਂ ਤੱਕ ਪਹੁੰਚਣ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਦੂਸਰਾ ਪਾਰਟ, ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਵੀ ਹਾਂ ਕਿ ਸਾਡੀ ਸਟਰਗਲ ਜਿਹੜੀ ਹੈ ਉਹ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇੰਟਰਨੈਸ਼ਨਲ ਲਾਅ ਦੇ ਮੁਤਾਬਕ ਵੀ, ਔਰ ਜਿਹਨੂੰ ਇੱਕ ਨੈਚੁਰਲ ਲਾਅ ਕਿਹਾ ਜਾਂਦਾ ਹੈ ਕਿ ਜਦੋਂ ਸਟੇਟ ਤੁਹਾਡੀ ਹਿਫਾਜ਼ਤ ਨਾ ਕਰੇ, ਇਸ ਲਈ ਅਸੀਂ ਈਵਨ ਸਾਡੇ ਉਹ ਵੀਰ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸਟੇਟ ਦੇ ਜ਼ਬਰ ਦਾ ਜਵਾਬ ਹਥਿਆਰਬੰਦ ਸੰਘਰਸ਼ ਨਾਲ ਦਿੱਤਾ ਹੈ, ਅਸੀਂ ਉਹਦੀ ਵੀ ਜਸਟੀਫਿਕੇਸ਼ਨ ਕਰਦੇ ਹਾਂ ਕਿਉਂਕਿ ਇਹ ਵੀ UN ਚਾਰਟਰ ਦੇ ਪ੍ਰੀਐਂਬਲ ਦਾ ਹਿੱਸਾ ਹੈ ਕਿ if a man is not to be compelled as a last resort to rebellion, his human rights must be protected by the rule of the law. ਸੋ ਇਹ ਬੇਸਿਕ ਗੱਲ ਮੈਂ ਸਮਝਦਾ ਵੀ ਇੱਕ ਸਾਡੀ ਸਕਸੈਸ 38 ਵਰਿਆਂ ਦੀ ਬਹੁਤ ਵੱਡੀ ਹੈ। 20 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ। ਸੋ ਇੱਕ ਜਨਰੇਸ਼ਨ ਸੀ ਜਿਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕੀ ਹੋਇਆ। ਸੋ ਅਸੀਂ ਇਹ ਬੈਟਨ ਆਲਰੇਡੀ ਅਗਲੀ ਜਨਰੇਸ਼ਨ ਨੂੰ ਦੇ ਦਿੱਤੀ ਹੈ ਔਰ ਉਹਦੇ 'ਚ ਸਭ ਤੋਂ ਵੱਡਾ ਜਿਹੜੀ ਬਿਮਾਰੀ ਵੀ ਹੁੰਦੀ ਹੈ ਜਾਂ ਕੋਈ ਚੀਜ਼ ਕਿਸੇ 'ਚ, ਉਹ ਇਗਨੋਰੈਂਸ ਹੁੰਦੀ ਹੈ। ਸੋ ਇੱਕ ਪਾਰਟ ਜਿਹੜੀ ਕੰਟੀਨਿਊਸ ਐਜੂਕੇਸ਼ਨ ਹੈ ਆਪਣੇ ਲੋਕਾਂ ਦੀ ਵੀ, ਔਰ ਬਾਹਰ ਨਿਕਲ ਕੇ ਜਦੋਂ ਅਸੀਂ ਅਸੈਂਬਲੀਆਂ ਜਾਂ ਕਾਂਗਰਸ ਜਾਂ ਦੂਸਰੇ ਲੈਵਲ ਤੇ ਰੈਕਗਨੀਸ਼ਨ ਦੀ ਗੱਲ ਕਰਦੇ ਹਾਂ, ਬੇਸ਼ੱਕ ਉਹਦੇ ਨਾਲ ਇਹ ਨਹੀਂ ਹੈ ਕਿ ਵੀ ਅਸੀਂ ਅਕਾਊਂਟੇਬਿਲਟੀ ਕਰ ਲਈ ਉਹਨਾਂ ਦੀ ਹਕੂਮਤ ਦੀ। ਉਹ ਤਾਂ ਜਦੋਂ ਸਾਡੇ ਕੋਲ ਆਪਣਾ ਅਲੱਗ ਮੁਲਕ ਹੋਏਗਾ ਫਿਰ ਅਸੀਂ
ਉਹਨਾਂ ਨੂੰ ਉਵੇਂ ਹੀ ਟਰਾਈ ਕਰਾਂਗੇ ਜਿਵੇਂ ਨਾਜ਼ੀਆਂ ਨੂੰ ਜਾਂ ਫਾਸ਼ਿਸਟਾਂ ਨੂੰ ਅੱਜ ਤੱਕ ਵੀ ਕੀਤਾ ਜਾ ਰਿਹਾ। ਹੁਣ ਵੀ 102 ਸਾਲ ਦਾ ਇੱਕ ਨਾਜ਼ੀ ਜਿਹੜਾ ਉਹਨੂੰ ਜਿਹੜਾ ਉਹਦੇ ਤੇ ਮੁਕੱਦਮਾ ਚੱਲ ਰਿਹਾ। ਸੋ ਇਹਦੇ 'ਚ ਦੋ ਹਿੱਸੇ ਨੇ। ਇੱਕ ਤਾਂ ਜ਼ਾਹਰਾ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸਾਡੀ ਸਟਰਗਲ ਹੈ, ਫਾਈਨਲ ਬੈਟਲ ਵੀ ਉੱਥੇ ਹੀ ਲੜੀ ਜਾਣੀ ਹੈ। ਆਪਣੀ ਧਰਤੀ ਦੇ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ ਉਹਨਾਂ 'ਚ ਜਿਹੜੀਆਂ ਧਿਰਾਂ ਉੱਥੇ ਕੰਮ ਕਰਦੀਆਂ ਨੇ ਉਹਨਾਂ ਨੂੰ ਸਟਰੈਂਥਨ ਕਰਨਾ। ਉਹ ਕਿਸਾਨ ਮੂਵਮੈਂਟ ਵੇਲੇ ਵੀ ਡਾਇਸਪੋਰਾ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ। ਦੂਸਰਾ, ਭਾਰਤੀ ਸਰਕਾਰ ਨੂੰ ਬਾਹਰ ਹਰ ਪਲੇਟਫਾਰਮ ਦੇ ਉੱਤੇ ਐਕਸਪੋਜ਼ ਕਰਨਾ। ਔਰ ਥਰਡਲੀ, ਜਿਵੇਂ ਬੇਸ਼ੱਕ ਮੈਨੂੰ ਯਾਦ ਹੈ ਕਿ ਜਦੋਂ ਸੀਜ ਆਫ ਸਾਰਾਜੇਵੋ ਸੀ ਬੋਸਨੀਆ ਹਰਜ਼ੇਗੋਵੀਨਾ ਦਾ 3 ਸਾਲ ਤੋਂ ਜ਼ਿਆਦਾ ਹੋ ਗਏ ਸੀ, ਅਸੀਂ ਹੈਂਡ ਜੁਆਇਨ ਕੀਤੇ ਬੋਸਨੀਅਨਸ ਦੇ ਨਾਲ ਵਾਸ਼ਿੰਗਟਨ ਡੀਸੀ 'ਚ ਔਰ ਉਹਨਾਂ ਦੀ ਲੌਬੀ ਦੇ ਨਾਲ ਕਿ ਭਾਈ ਇਸ ਸੀਜ ਨੂੰ ਚੁੱਕੋ। ਇੱਕ ਪ੍ਰੈਸ਼ਰ ਬਣਿਆ, ਪ੍ਰੈਜ਼ੀਡੈਂਟ ਕਲਿੰਟਨ ਨੇ ਫਾਈਨਲੀ ਨੈਟੋ ਇੰਟਰਵੈਂਸ਼ਨ ਕੀਤੀ ਔਰ ਅੱਜ ਬੋਸਨੀਆ ਇੱਕ ਆਜ਼ਾਦ ਮੁਲਕ ਹੈ। ਸੋ ਅਸੀਂ ਵੀ ਇਸ ਫੈਕਟਰ ਦੇ ਤਹਿਤ ਜੇ ਯੂਕਰੇਨੀਅਨ, ਬੇਸ਼ੱਕ ਇਹ ਸਾਡੀ ਸੌਫਟ ਪਾਵਰ ਹੈ, ਹਿਊਮੈਨਿਟੇਰੀਅਨ ਏਡ ਦੇ ਥੱਲੇ ਯੂਨਾਈਟਿਡ ਸਿੱਖਸ ਉੱਥੇ ਜਿਹੜੀ ਆ ਉਹ ਸੇਵਾ ਕਰ ਰਹੀ ਹੈ, ਪਰ ਜੇ ਹੁਣ ਯੂਕਰੇਨੀਅਨ ਰਿਪਰੈਜ਼ੈਂਟ ਜਿਹੜੀ ਉਹਨਾਂ ਦੀ ਜਿਹੜਾ ਮੈਂਬਰ ਹੈ ਉਹ ਆ ਕੇ ਜਦੋਂ ਕਿ ਇੱਕ ਪ੍ਰੇਅਰ ਕੀਤੀ ਜਾਂਦੀ ਹੈ ਪਿਛਲੇ ਕੱਲ੍ਹ ਹੀ, ਉਹ ਆ ਕੇ ਕਹਿੰਦੇ ਆ ਕਿ ਭਾਈ ਅਸੀਂ ਸਪੋਰਟ ਕਰਦੇ ਹਾਂ ਤੁਹਾਡੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਔਰ ਤੁਹਾਡਾ ਹੱਕ ਬਣਦਾ ਹੈ। ਅਸੀਂ ਸਮਝਦੇ ਹਾਂ ਵੀ ਇਵੇਂ ਹੀ ਲੌਬੀ ਕ੍ਰੀਏਟ ਕੀਤੀ ਜਾਂਦੀ ਹੈ। ਧਰਤੀ ਪੰਜਾਬ ਦੀ ਸਾਡੇ ਕੋਲ ਹੈ, ਉੱਥੇ ਅੱਜ ਵੀ ਇਹਦੇ ਬਾਵਜੂਦ ਕਿ ਡੈਮੋਗ੍ਰਾਫਿਕ ਚੇਂਜਸ ਦੀ ਕੋਸ਼ਿਸ਼ ਹੈ। ਦੂਸਰਾ, ਸਾਡੇ ਕੋਲ ਅੱਜ ਵੀ ਇੰਡੀਅਨ ਆਕੂਪਾਈਡ ਪੰਜਾਬ ਦਾ 50,300 ਸਕੁਅਰ ਕਿਲੋਮੀਟਰ ਏਰੀਆ ਜਿੱਥੇ ਅਸੀਂ ਮੈਜੋਰਿਟੀ 'ਚ ਹੈ। ਕਿਸਾਨ ਮੂਵਮੈਂਟ ਦੇ ਥੱਲੇ ਅਸੀਂ ਦੁਨੀਆ ਭਰ 'ਚ ਦੱਸਿਆ ਕਿ ਭਾਈ ਇਹ ਤਾਂ ਸਾਡੀਆਂ, ਕਿਉਂਕਿ ਹਿਊਮਨ ਰਾਈਟਸ ਕੱਲਾ ਬੰਦੇ ਮਾਰਨ ਤੱਕ ਮਹਿਦੂਦ ਨਹੀਂ ਹੁੰਦਾ। ਫਿਜ਼ੀਕਲ ਜੈਨੋਸਾਈਡ, ਕਲਚਰਲ ਜੈਨੋਸਾਈਡ, ਸਟੈਟਿਸਟੀਕਲ ਜੈਨੋਸਾਈਡ, ਇਕਨੋਮਿਕਲ ਜੈਨੋਸਾਈਡ। ਔਰ ਜਿਹੜੇ 3 ਖੇਤੀ ਕਾਨੂੰਨ ਸੀ, ਅਸੀਂ ਇੱਥੇ ਜਦੋਂ ਵੀ ਲੌਬੀ ਕੀਤੀ ਅਸੀਂ ਇਹ ਕਿਹਾ ਕਿ ਇਹਨਾਂ ਦਾ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ। ਇਹਨਾਂ ਨੇ ਪਾਣੀ ਸਾਡਾ ਖੋਹ ਲਿਆ, ਜ਼ਮੀਨ ਸਾਡੀ ਵੈਸੇ ਪੋਲਿਊਟਡ ਬਣਾਈ ਹੋਈ ਹੈ, ਕੈਂਸਰ ਬੈਲਟ ਇਹਨਾਂ ਨੇ ਬਣਾਈ ਹੋਈ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਅੱਜ ਹਾਲਾਤ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੀਓ ਪੋਲਿਟਿਕਸ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ। ਇੰਡੀਆ ਇਸ ਵਾਰ ਅਗੇਨ ਗਲਤ ਰਸਤੇ ਫੜਿਆ ਗਿਆ ਕਿ ਇੱਕ ਪਾਸੇ ਉਹ ਰੌਲਾ ਪਾ ਰਿਹਾ ਸੀ ਕਿ ਜੀ ਚਾਈਨਾ ਜਿਹੜਾ ਉਹਨੇ LAC ਫਲਾਊਟ ਕੀਤੀ, ਸਾਡੀ ਸੋਵਰਨਿਟੀ ਇਹ ਉਹ, ਪਰ ਉਹ ਜਾ ਕੇ ਰੂਸ ਦੇ ਨਾਲ ਖਲੋ ਗਿਆ। ਜਦੋਂ ਕਿ ਰੂਸ ਨੇ ਯੂਕਰੇਨ ਜਿਹੜਾ ਕਿ ਇੱਕ ਇੰਡੀਪੈਂਡੈਂਟ ਮੈਂਬਰ ਮੁਲਕ ਸੀ ਉਹਦੀ ਸੋਵਰਨਿਟੀ ਵਾਇਲੇਟ ਕੀਤੀ। ਅਸੀਂ ਇਸ ਡਿਟੇਲ 'ਚ ਨਹੀਂ ਜਾਣਦੇ ਵੀ ਉਹਦੇ 'ਚ ਅਮਰੀਕਾ ਦਾ ਕੀ ਕਸੂਰ ਹੈ, ਨੈਟੋ ਦਾ ਕੀ ਹੈ, ਰੂਸ ਦਾ, ਪਰ ਐਜ਼ ਏ ਪ੍ਰਿੰਸੀਪਲ ਵਾਇਲੇਟ ਕੀਤਾ। ਹੁਣ ਜੇ ਸਿੱਖ ਕੌਮ ਇੱਕ ਆਜ਼ਾਦਾਨਾ ਨੀਤੀ ਦੇ ਤਹਿਤ ਕਹਿੰਦੇ ਆ ਵੀ ਅਸੀਂ ਮਦਦਕਾਰ ਹੈ, ਅਸੀਂ ਯੂਕਰੇਨ ਦੇ ਨਾਲ ਖਲੋਤੇ ਹਾਂ, ਇਸੇ ਤਰ੍ਹਾਂ ਪਾਕਿਸਤਾਨ ਦੇ ਹਵਾਲੇ ਨਾਲ ਹੈ। ਜੇ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਦਾ ਹੈ, ਇਹਦੇ ਬਾਵਜੂਦ ਕਿ ਇੰਡੀਆ ਨੇ ਟਿਲ ਲਾਇਆ 70 ਸਾਲ ਨਫ਼ਰਤ ਭਰਨ ਦਾ ਔਰ ਐਂਡ ਤੱਕ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਹ ਆਪਣੇ ਆਪ ਸਿੱਖਾਂ ਦੀ ਸੌਫਟ ਪਾਵਰ ਹੈ ਜੀ। ਪਾਕਿਸਤਾਨ ਨੇ ਜਿੱਥੇ ਉਹਨਾਂ ਦੀ ਗੁੱਡਵਿਲ, ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ ਪਾਕਿਸਤਾਨੀ ਆਵਾਮ ਦੇ। ਜਨਰਲ ਬਾਜਵਾ, ਇਮਰਾਨ ਖਾਨ ਜਿਨ੍ਹਾਂ ਦੇ ਪੀਰੀਅਡ 'ਚ ਹੋਇਆ, ਉਹ ਹਮੇਸ਼ਾ ਹਿਸਟਰੀ ਦੇ ਵਿੱਚ ਯਾਦ ਰੱਖੇ ਜਾਣਗੇ। ਪਰ ਇਹ ਡਾਇਸਪੋਰਾ ਸਿੱਖਾਂ ਦਾ ਇੱਕ ਵੱਡਾ ਇਨਫਲੂਐਂਸ, ਜਿਹਦੇ ਥੱਲੇ ਪਾਕਿਸਤਾਨ ਦੀ ਹਕੂਮਤ ਨੇ ਵੀ ਇਹ ਰਿਅਲਾਈਜ਼ ਕੀਤਾ ਕਿ ਸਿੱਖ ਥਰਡ ਫੋਰਸ ਨੇ ਸਾਊਥ ਏਸ਼ੀਆ, ਔਰ ਜੇ ਖਾਲਿਸਤਾਨ ਐਜ਼ ਏ ਬਫਰ ਸਟੇਟ ਵਿਚਕਾਰ ਆ ਜਾਂਦਾ ਤੇ ਪਾਕਿਸਤਾਨ ਜਿਹਦੀ ਹੋਂਦ ਨੂੰ 75 ਸਾਲਾਂ 'ਚ ਇਹਨਾਂ ਨੇ ਕਦੇ ਸਾਈਕੋਲੋਜੀਕਲੀ ਕਬੂਲ ਹੀ ਨਹੀਂ ਕੀਤਾ, ਉਹਦੀ ਸੇਫਟੀ ਵੀ ਹੁੰਦੀ ਹੈ। ਹੁਣ ਜੇ ਚਾਈਨਾ, ਬੇਸ਼ੱਕ ਚਾਈਨਾ ਦੇ ਵਿੱਚ ਕੋਈ ਹਿਸਟੋਰੀਕਲ ਗੁਰਦੁਆਰੇ ਨਹੀਂ ਨੇ ਕਿ ਸਾਡੀ ਕੋਈ ਉਸ ਲੈਵਲ ਦੀ ਕਮਿਊਨੀਕੇਸ਼ਨ ਹੁੰਦੀ, ਪਰ ਜਦੋਂ ਗਲਵਾਨ ਵੈਲੀ ਦਾ ਟਕਰਾਅ ਹੁੰਦਾ ਤੇ ਇੰਡੀਅਨ ਮੀਡੀਆ ਰਿਪੋਰਟ ਕਰਦਾ ਕਿ ਚਾਈਨਾ ਆਪਣੇ ਬਾਰਡਰ ਦੇ ਉੱਤੇ ਪੰਜਾਬੀ ਗੀਤ ਲਾ ਰਿਹਾ, ਉਹਨਾਂ ਨੂੰ ਵੀ ਇਸ ਫੈਕਟਰ ਦਾ ਅਹਿਸਾਸ ਹੈ ਕਿ ਸਿੱਖ ਕੌਮ ਦੀ ਕੀ ਹੋਂਦ ਹੈ। ਔਰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਅਮਰੀਕਾ ਜਿਨ੍ਹਾਂ ਨੇ, ਔਰ ਜਦੋਂ ਹੁਣ ਖਾਲਸਾ ਸਾਜਨਾ ਦਿਵਸ ਗੁਜ਼ਰਿਆ, 5 ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਔਰ ਪ੍ਰੈਜ਼ੀਡੈਂਟਸ ਨੇ ਜਿਹੜੇ ਨੇ ਵਧਾਈ ਦੇ ਸਨੇਹ ਦਿੱਤੇ ਨੇ। ਇਹ ਛੋਟੀ ਗੱਲ ਨਹੀਂ ਹੈ। ਜਿਹੜਾ ਤੁਹਾਡਾ ਸਵਾਲ ਹੈ ਕਿ ਸਟੈਪ ਕੀ ਨੇ, ਇਵੇਂ ਹੀ ਹੁੰਦੇ ਨੇ। ਇਹਦੇ 'ਚ ਕੋਈ 2+2 4 ਵਾਲਾ ਫਾਰਮੂਲਾ ਨਹੀਂ ਹੁੰਦਾ, ਕਿਉਂਕਿ ਹਕੂਮਤਾਂ ਐਕਸਪੋਜ਼ ਹੁੰਦੀਆਂ ਨੇ। ਅੱਜ ਮੋਦੀ ਵਰਗਾ ਬੰਦਾ ਜਿਹਨੇ ਸਾਰੀ ਸੁਸਾਇਟੀ ਪੋਲਰਾਈਜ਼ ਕਰਕੇ ਰੱਖ ਦਿੱਤੀ ਹੈ। 20 ਕਰੋੜ ਮੁਸਲਮਾਨਾਂ ਦੀ ਆਵਾਜ਼, ਉਹ ਗਟਲੈਸ, ਸਪਾਈਨਲੈਸ, ਟੁੱਥਲੈਸ OIC ਜਿਨ੍ਹਾਂ ਦਾ ਮੂੰਹ ਨਹੀਂ ਸੀ ਖੁੱਲਦਾ ਕਸ਼ਮੀਰ ਦੇ ਮੁੱਦੇ ਤੇ। ਦੂਜੇ, ਜਦੋਂ ਅੱਜ ਨਬੀ ਦਾ ਇਸ਼ੂ ਆਇਆ, ਲੋਕਾਂ ਨੇ ਮਜਬੂਰ ਕੀਤਾ ਵੀ ਜ਼ਬਾਨ ਖੋਲੋ। ਔਰ ਹੁਣ ਜੇ ਉਹੀ 57 OIC ਮੈਂਬਰਾਂ ਦਾ ਬਲਾਕ ਵੀ ਹੈ UN ਦੇ ਵਿੱਚ,
ਉਹ ਕੱਲ ਨੂੰ ਇਸ ਇਸ਼ੂ ਦੇ ਨਾਲ ਦੂਜੀ ਮਾਈਨੋਰਿਟੀਜ਼ ਦੀ ਵੀ ਆਵਾਜ਼ ਬਣਦਾ ਹੈ। ਹਾਂਜੀ। ਕਸ਼ਮੀਰ ਦੀ ਆਜ਼ਾਦੀ ਵੀ, ਨਾਰਥ ਈਸਟ ਦੀਆਂ ਸਟੇਟਾਂ ਦੇ ਵੀ। ਸੋ ਮੈਂ ਸਮਝਦਾ ਵੀ ਇਸ ਵੇਲੇ ਸਿੱਖ ਕੌਮ ਖਾਸ ਤੌਰ ਤੇ ਡਾਇਸਪੋਰਾ ਦੇ ਰੋਲ ਦੇ ਨਾਲ ਇਵੇਂ ਬੈਸਟ ਪਲੇਸਡ ਹੈ। ਸ਼ਾਇਦ ਜਿਵੇਂ ਜੀਓਪੋਲਿਟਿਕਸ ਉੱਥੇ ਬਦਲ ਰਹੀ ਹੈ ਉਸ ਖਿੱਤੇ 'ਚ, ਮੈਨੂੰ ਇਹ ਲੱਗਦਾ ਹੈ ਵੀ ਖਾਲਿਸਤਾਨ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ ਔਰ ਉਹ ਦਿਨ ਬਹੁਤ ਦੂਰ ਨਹੀਂ ਹੈ। ਹਾਂ, ਸਾਨੂੰ ਅਸੀਂ ਇਹ ਨਾ ਹੋਏ ਕਿ 47 ਵਾਂਗ, ਜਿਵੇਂ ਉਹ ਕਿਸੇ ਨੇ ਕਿਹਾ ਸੀ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਉਹ ਮੌਕਾ ਨਾ ਗਵਾਈਏ। ਪਰ ਇਸ ਵੇਲੇ ਇੱਕ ਮੌਕਾ ਅਗੇਨ ਸਾਨੂੰ ਜਿਹੜਾ ਉਹ ਮਿਲਣ ਜਾ ਰਿਹਾ ਹੈ ਔਰ ਖਾਲਿਸਤਾਨ ਬਹੁਤ ਜਲਦੀ ਹਕੀਕਤ ਬਣਦਾ। ਅਮਰਵੀਰ, ਮੈਂ ਇੱਕ ਚੀਜ਼ ਥੋੜੀ ਜਿਹੀ ਐਡ ਕਰਦਾ ਬਿਲਕੁਲ ਜਾਵਾਂ। ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹਦੇ ਚ ਕਿ ਦੇਖੋ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਇਹ ਇੱਕ ਬਹੁਤ ਵੱਡਾ ਮਿਰੇਕਲ ਸੀ। ਮਹਾਰਾਜ ਨੇ ਆਪਣੀ ਕਲਾ ਵਰਤਾਈ। ਕੋਈ ਇਮੇਜਿਨ ਨਹੀਂ ਸੀ ਕਰ ਸਕਦਾ ਕਿ ਐਡਾ ਵੱਡਾ ਉਪਰਾਲਾ ਐਡੇ ਛੋਟੇ ਸਮੇਂ 'ਚ ਹੋ ਜਾਏਗਾ। ਉਸ ਵੇਲੇ ਵੀ ਭਾਰਤ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਨਾ ਖੋਲ੍ਹਿਆ ਜਾਵੇ। ਕਈ ਤਰ੍ਹਾਂ ਦੀ ਬਕਵਾਸ ਕੀਤੀ ਗਈ, ਪਰ ਜਿਸ ਵੇਲੇ ਪਾਕਿਸਤਾਨ ਨੇ ਕਿਹਾ ਵੀ ਤੁਸੀਂ ਖੋਲੋ ਨਾ ਖੋਲੋ, ਅਸੀਂ ਜ਼ਰੂਰ ਖੋਲਾਂਗੇ। ਹੁਣ ਭਾਰਤ ਸਰਕਾਰ ਨੂੰ ਇਹ ਚੀਜ਼ ਜਿਹੜੀ ਆ ਪਚ ਨਹੀਂ ਰਹੀ। ਹੁਣ ਇਸ ਤਰ੍ਹਾਂ ਦੇ ਡਾਇਰੈਕਟਿਵ ਜਿਹੜੇ ਆ, ਆਫੀਸ਼ੀਅਲ ਡਾਇਰੈਕਟਿਵ ਜਾਰੀ ਕੀਤੇ ਜਾ ਰਹੇ ਆ ਕਿ ਜਿਹੜੇ ਯਾਤਰੀ ਪਾਕਿਸਤਾਨ ਜਾਣ ਉਹ ਲੋਕਾਂ ਦੇ ਨਾਲ ਕੋਈ ਤਾਲਮੇਲ ਨਾ ਰੱਖਣ ਤੇ ਨਾ ਕਿਸੇ ਨੂੰ ਮਿਲਣ। ਹਾਲਾਂ ਜਿੰਨੇ ਵੀ ਇੱਥੋਂ ਜਿੱਥੇ ਗਏ ਆ, ਭਾਵੇਂ ਉਹ ਬਾਹਰ ਦੇ ਮੁਲਕਾਂ ਜਾਣ ਭਾਵੇਂ ਭਾਰਤ ਜਾਣ, ਲੋਕ ਅੱਜ ਵੀ ਇੱਕ ਦੂਸਰੇ ਨੂੰ ਦੇਖ ਕੇ ਜਿਹੜਾ ਸਿੱਖੀ ਤੇ ਇਸਲਾਮ ਦਾ ਇੱਕ ਪਿਆਰ ਹੈ ਮੁਸਲਮਾਨਾਂ ਦਾ, ਪੰਜਾਬੀਆਂ ਦਾ, ਉਹ ਲੋਕ ਇੱਕ ਦੂਸਰੇ ਨੂੰ ਮਿਲ ਕੇ ਜੱਫੇ ਮਾਰ ਕੇ ਰੋਂਦੇ ਆ ਜਿਸ ਤਰ੍ਹਾਂ ਵਿਛੜੇ ਭਰਾ ਮਿਲੇ ਹੋਣ। ਭਾਰਤ ਸਰਕਾਰ ਨੂੰ ਇਹ ਚੀਜ਼ ਵਾਰਾ ਨਹੀਂ ਖਾਂਦੀ। ਇੱਕ ਪਾਸੇ ਤੇ ਭਾਰਤ ਸਰਕਾਰ ਨੇ ਗੁਰਦੁਆਰਾ ਗਿਆਨ ਦੀ ਗੋਦੜੀ ਹੋਵੇ, ਹੋਰ ਸਾਡੇ ਪਵਿੱਤਰ ਸਥਾਨਾਂ ਤੇ RSS ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤੇ ਜਿਹੜੀ ਸਾਡੀਆਂ ਕਮੇਟੀਆਂ ਵਾ ਜਾਂ ਜਿਹੜੀਆਂ ਸਾਡੀਆਂ ਮੇਨ ਸੰਸਥਾਵਾਂ ਵਾ ਉੱਥੇ ਇਨਫਿਲਟਰੇਟ ਕਰ ਰਹੀਆਂ। ਦੂਸਰੇ ਪਾਸੇ ਹੀ ਉਹ ਨਹੀਂ ਬਰਦਾਸ਼ਤ ਕਰਦੀਆਂ ਕਿਸੇ ਤਰ੍ਹਾਂ ਵੀ ਸਿੱਖਾਂ ਦਾ ਜਿਹੜਾ ਹੈ ਉਹ ਜਿਹੜਾ ਪਰਸਨ ਟੂ ਪਰਸਨ ਰਿਲੇਸ਼ਨਸ਼ਿਪ ਪਾਕਿਸਤਾਨ ਨਾਲ ਜਾਂ ਕਿਸੇ ਹੋਰ ਦੇਸ਼ ਨਾਲ ਵਧੇ। ਇੱਕ ਚੀਜ਼ ਮੈਂ ਜ਼ਰੂਰ ਐਡ ਕਰਨਾ ਚਾਹਾਂਗਾ, ਮੈਂ ਕਿਉਂਕਿ ਇੱਥੇ ਮੁਖਤਲਿਫ ਡਾਇਸਪੋਰਾ ਦੇ ਸੰਸਥਾਵਾਂ ਨੂੰ ਮਿਲਿਆ ਵਾਂ। ਜਿਹੜੀ ਪਾਕਿਸਤਾਨ ਦੀ ਇੱਕ ਸਰਕਾਰ ਹੁਣ ਗਈ ਆ, ਉਹਦੇ ਜਾਣ ਦੇ ਬਾਅਦ ਕੁਝ ਲੋਕਾਂ ਦੇ ਮਨ 'ਚ ਇੱਥੇ ਹੈਗਾ ਕਿ ਸ਼ਾਇਦ ਪਾਕਿਸਤਾਨ ਪਤਾ ਨਹੀਂ ਹੁਣ ਸਾਡੇ ਜਿਹੜੇ ਇੱਕ ਸਦਭਾਵਨਾ ਦੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਦੀ ਕੀ ਸਿਚੁਏਸ਼ਨ ਹੈਗੀ। ਮੈਂ ਇਸ ਚੀਜ਼ ਸਮਝਦਾ ਕਿਉਂਕਿ ਮੈਂ ਪਿਛਲੇ 25-30 ਸਾਲ ਤੋਂ ਬਹੁਤ ਛੋਟੀ ਉਮਰ ਤੋਂ ਹੀ ਜੋ ਪਾਕਿਸਤਾਨ 'ਚ ਸਿੱਖ ਧਰਮ ਬਾਰੇ, ਸਾਡੀਆਂ ਧਾਰਮਿਕ ਸਥਾਨਾਂ ਦੀ ਸੇਵਾ ਬਾਰੇ ਜਿਹੜੇ ਉਪਰਾਲੇ ਸੀ ਉਹਦੇ 'ਚ ਕਿਸੇ ਨਾ ਕਿਸੇ ਤੌਰ ਤੇ ਹਿੱਸਾ ਲਿਆ ਹੈ ਕਿ ਪਾਕਿਸਤਾਨ ਸਰਕਾਰ ਜਿਹਦੀ ਮਰਜ਼ੀ ਹੋਵੇ ਤੇ ਕੋਈ ਵੀ ਉੱਥੇ ਚੇਂਜ ਆਫ ਗਵਰਨਮੈਂਟ ਹੋਵੇ, ਉਹਦੇ ਨਾਲ ਸਿੱਖ ਮੁਸਲਿਮ ਭਾਈਚਾਰੇ ਤੇ ਕੋਈ ਫਰਕ ਨਹੀਂ ਪੈਂਦਾ। ਸਿੱਖਾਂ ਪ੍ਰਤੀ ਹਰ ਸਰਕਾਰ ਦੇ ਮਨ 'ਚ ਪਿਆਰ ਹੈ, ਸਤਿਕਾਰ ਹੈ ਔਰ ਇਸੇ ਤਰ੍ਹਾਂ ਹੀ ਸਾਡੀਆਂ ਧਾਰਮਿਕ ਸਥਾਨਾਂ ਦੇ ਬਾਰੇ ਵੀ ਹੈ। ਸੋ ਮੈਂ ਸਿੱਖ ਡਾਇਸਪੋਰਾ ਨੂੰ ਇਹ ਦੱਸਣਾ ਚਾਹੁੰਦਾ ਕਿ ਪਾਕਿਸਤਾਨ ਦੇ ਜਿਹੜੇ ਦਰਵਾਜ਼ੇ ਆ ਤੁਹਾਡੇ ਸਾਰਿਆਂ ਲਈ ਉਦਾਂ ਹੀ ਖੁੱਲ੍ਹੇ ਆ ਜਿਸ ਤਰ੍ਹਾਂ ਪਹਿਲਾਂ ਸੀਗੇ, ਉਦਾਂ ਹੀ ਤੁਹਾਨੂੰ ਜੀ ਆਇਆਂ ਨੂੰ ਉੱਥੇ ਕਿਹਾ ਜਾਂਦਾ, ਜਿੱਦਾਂ ਸੀ ਉਦਾਂ ਹੀ ਕਿਹਾ ਜਾਏਗਾ ਕਿਉਂਕਿ ਹਰ ਸਰਕਾਰ ਔਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਹ ਤੁਹਾਨੂੰ ਉਸ ਤਰ੍ਹਾਂ ਹੀ ਮਾਨਤਾ ਦਿੰਦੀ ਹੈ। ਸੋ ਇੱਕ ਚੀਜ਼ ਤੇ ਇਹ ਆ। ਬਾਕੀ ਜਿਹੜੇ ਉਸ ਵਕਤ ਉੱਥੇ ਇਸ ਵੇਲੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ, ਕੁਝ ਜਿਹੜੇ ਸਾਡੇ ਸਿੱਖ ਵੀ ਆ ਉਹਨਾਂ ਨੂੰ ਲੱਗਦਾ ਵੀ ਦੂਰ ਹੈ, ਮੈਨੂੰ ਲੱਗਦਾ ਬਹੁਤ ਨੇੜੇ ਆ ਕਿਉਂਕਿ ਜਿਹੜਾ ਇੰਡੀਆ ਨੇ ਸਟਾਂਸ ਲਿਆ ਅਗੇਂਸਟ ਦ US ਔਰ ਇੱਕ ਤਰ੍ਹਾਂ ਦਾ ਬਲੌਕ ਚੇਂਜ ਕੀਤਾ, ਦੇ ਆਰ ਨਾਓ ਇਨ ਦ ਰਸ਼ੀਅਨ ਬਲੌਕ। ਇਸੇ ਤਰ੍ਹਾਂ ਹੀ ਪਾਕਿਸਤਾਨ ਦੀ ਕੁਝ ਪੋਲੀਟੀਕਲ ਲੀਡਰਸ਼ਿਪ ਵੱਲੋਂ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆਈਆਂ ਜਿਹੜੀਆਂ ਬੜੀਆਂ ਹੀ ਐਂਟੀ ਅਮਰੀਕਨ ਨੇ। ਹੁਣ ਇਹ ਦੋ ਜਿਹੜੀਆਂ ਦੇਸ਼ ਹੈਗੇ ਆ, ਦੁਬਈ, ਇੰਡੀਆ ਤੇ ਪਾਕਿਸਤਾਨ, ਅਮਰੀਕਾ ਦੇ ਬਹੁਤ ਕਲੋਜ਼ ਐਲਾਈਜ਼ ਔਰ ਪਾਰਟਨਰ ਰਹੇ ਆ ਜੀ। ਹੁਣ ਇਸ ਵਕਤ ਲੱਗਦਾ ਕਿ ਇੰਡੀਆ ਤੇ ਕੰਪਲੀਟਲੀ ਦੂਸਰੇ ਬਲੌਕ ਚਲਾ ਗਿਆ ਕਿਉਂਕਿ ਜਿਸ ਤਰ੍ਹਾਂ UN 'ਚ ਵੋਟਿੰਗ ਹੋਈ ਰਸ਼ੀਆ ਤੇ ਇੰਡੀਆ 'ਚ ਰੈਫਰੇਨ ਕੀਤਾ, ਵੋਟਿੰਗ ਨਹੀਂ ਕੀਤੀ ਜਿੱਤੇ ਅਮਰੀਕਨ ਉਸ ਵਕਤ ਰਿਪਰੈਜ਼ੈਂਟੇਟਿਵ ਦੀ ਬੜੀ ਤਗੜੀ ਸਟੇਟਮੈਂਟ ਸੀਗੀ ਜੀ। ਅੱਜ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਸੈਸ਼ਨ 'ਚ ਵੀ ਇੰਡੀਆ ਨੇ ਈਰਾਨ ਦੇ ਖਿਲਾਫ ਵੋਟ ਨਹੀਂ ਕੀਤਾ, ਐਬਸਟੇਨ ਕੀਤਾ। ਅੱਛਾ, ਪਾਕਿਸਤਾਨ 'ਚ ਤੇ ਆਲਰੇਡੀ ਇੱਕ ਐਂਟੀ ਅਮਰੀਕਨ ਸੈਂਟੀਮੈਂਟ ਹੈ। ਸੋ ਜਦੋਂ ਇਹ ਸਿਚੁਏਸ਼ਨ ਬਣਦੀ ਹੈ ਤੇ ਅਮਰੀਕਾ ਨੂੰ ਨਵੇਂ ਪਾਰਟਨਰਸ ਲੱਭਣ ਦੀ ਲੋੜ ਹੈ। ਮੈਂ ਕਿਉਂਕਿ ਵਾਸ਼ਿੰਗਟਨ DC ਸੀਗਾ ਤੇ ਮੇਰੇ ਉੱਥੇ ਕੁਝ ਮੀਟਿੰਗਾਂ ਸੀਗੀਆਂ ਕੁਝ ਉੱਥੇ ਦੇ ਅਧਿਕਾਰੀਆਂ ਨਾਲ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕੁਝ ਚੀਜ਼ਾਂ ਕੌਨਫੀਡੈਂਸ਼ੀਅਲ ਹੁੰਦੀਆਂ ਤੇ ਮੇਰੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਉਹ ਇਹ ਸੀਗੀ ਵੀ ਤੁਹਾਨੂੰ ਹੁਣ ਨਵੀਆਂ ਪਾਰਟਨਰਸ਼ਿਪਸ ਲੱਭਣ ਦੀ ਲੋੜ ਹੈ ਕਿਉਂਕਿ ਇਹ ਤੁਹਾਡੇ ਦੋ ਕਨਵੈਨਸ਼ਨਲ ਪਾਰਟਨਰ ਹੈਗੇ ਆ ਉਸ ਰੀਜਨ 'ਚ ਔਰ ਉਹਦੇ ਵਾਸਤੇ ਸਿੱਖ ਕੌਮ ਇੱਕ ਆਉਣ ਵਾਲੇ ਸਮੇਂ 'ਚ ਬਹੁਤ
ਤਗੜੀ ਪਾਰਟਨਰਸ਼ਿਪ ਅਮਰੀਕਾ ਨਾਲ ਕਰ ਸਕਦੀ, ਕਿਉਂਕਿ ਤੁਹਾਡੇ 'ਚ ਬਹੁਤ ਵੱਡਾ ਡਾਇਸਪੋਰਾ ਜਿਹੜਾ ਆਲਰੇਡੀ ਅਮਰੀਕਨ ਸਿਟੀਜ਼ਨ ਹੈ, ਅਮਰੀਕਨ ਰੈਜ਼ੀਡੈਂਟ ਆ, ਔਰ ਇੱਥੇ ਦੀ ਸੰਸਥਾਵਾਂ ਨਾਲ ਸਾਡੀ ਤਾਲਮੇਲ ਵੀ ਹੈਗੀ ਆ। ਔਰ ਜਿਹਨੂੰ ਸਾਡਾ ਸਿੱਖ ਰਾਜ ਸੀਗਾ, ਤੇ ਉਸ ਵੇਲੇ ਵੀ ਮੈਂ ਸਮਝਦਾ ਕਿ ਬਹੁਤ ਵਾਰੀ ਅਸੀਂ ਜਦੋਂ ਸਿੱਖ ਰਾਜ ਦੀ ਗੱਲ ਕਰਨੇ ਤੇ ਭੁੱਲ ਜਾਂਦੇ ਹਾਂ ਕਿ ਸਿੱਖ ਰਾਜ ਸਿਰਫ ਖੰਡੇ ਦੇ ਉੱਤੇ ਕਾਇਮ ਨਹੀਂ ਸੀਗਾ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਡਿਪਲੋਮੈਟਿਕ ਐਫਰਟ ਸੀਗੀਆਂ ਔਰ ਜਿਹੜੀ ਉਹਨਾਂ ਨੇ ਟ੍ਰੀਟੀ ਕੀਤੀ ਅੰਗਰੇਜ਼ਾਂ ਦੇ ਨਾਲ, ਉਹਨੇ ਪੰਜਾਬ ਦੇ ਉਸ ਖਿੱਤੇ ਦੇ ਵਿੱਚ ਇੱਕ ਪੋਲੀਟੀਕਲ, ਇਕਨੋਮਿਕ, ਡਿਪਲੋਮੈਟਿਕ ਸਟੇਬਿਲਿਟੀ ਆਂਦੀ ਔਰ 40 ਸਾਲ ਜਿਹੜਾ ਹੈ ਉਹ ਬੜੇ ਸੋਹਣੇ ਤਰੀਕੇ ਨਾਲ ਸਿੱਖ ਕੌਮ ਨੇ ਉੱਥੇ ਰਾਜ ਕੀਤਾ ਜੀ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਜਿਹੜੀਆਂ ਵੱਡੀਆਂ ਤਾਕਤਾਂ ਵੀ ਆ, ਜਿਸ ਤਰ੍ਹਾਂ ਹੁਣ ਵਰਲਡ ਸਿੱਖ ਪਾਰਲੀਮੈਂਟ ਬਹੁਤ ਸਾਡਾ ਵਧੀਆ ਇੱਕ ਉਪਰਾਲਾ ਹੈ, ਸਾਡਾ ਇੱਕ ਬਹੁਤ ਸੋਹਣਾ ਪਲੇਟਫਾਰਮ ਆ, ਸਾਡੀ ਅਮਰੀਕਨ ਸਿੱਖ ਕਾਕਸ ਹੈ, ਸਾਡੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਇਹਨਾਂ ਸਰਕਾਰਾਂ ਨੂੰ ਇਹ ਸਮਝਾਉਣਗੀਆਂ ਕਿ ਉਸ ਖਿੱਤੇ 'ਚ ਸਾਨੂੰ ਨਵੀਂ ਪਾਰਟਨਰਸ ਦੀ ਜ਼ਰੂਰਤ ਹੈ। ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਕੌਮੀ ਘਰ ਦੀ ਆਵਾਜ਼ ਹੈ ਉਹਦਾ ਸਾਥ ਦੇਣ। ਜੀ ਬਿਲਕੁਲ ਹਿੰਮਤ ਸਿੰਘ ਜੀ, ਜਿਵੇਂ ਇਸ ਪਾਰਟ ਨੂੰ ਐਗਜ਼ੀਕਿਊਟ ਕਰਨ ਦੇ ਲਈ ਡਾਕਟਰ ਚੀਮਾ ਨੇ ਜਿਹੜੀ ਗੱਲ ਕੀਤੀ ਹੈ ਵੀ ਇੱਕ ਨਵੇਂ ਪਾਰਟਨਰਸ਼ਿਪਸ ਜਿਹੜੀ ਲੱਭਣ ਦੀ ਲਾਈਨ ਆਉਂਦੀ ਆ, ਤੇ ਉਹਦੇ ਲਈ ਬਹੁਤ ਇੰਪੋਰਟੈਂਟ ਹੁੰਦਾ ਵੀ ਤੁਹਾਡੇ ਕੋਲ ਕੋਈ ਸਟਰਕਚਰ ਉਸ ਕਿਸਮ ਦਾ ਹੋਵੇ ਜਿਹੜਾ ਗਵਰਨਮੈਂਟ ਲੈਵਲ ਦੇ ਉੱਤੇ ਜਾ ਕੇ ਤੁਸੀਂ ਕਿਸੇ ਵੀ ਮੁਲਕ ਨਾਲ ਜੇ ਗੱਲ ਕਰਨੀ ਆ, ਜੇ ਤੁਹਾਡੇ ਕੋਲ ਕੋਈ ਢਾਂਚਾ ਹੈ ਨਹੀਂ, ਕੋਈ ਬਾਡੀ ਹੈ ਨਹੀਂ, ਤੇ ਗੱਲ ਕੱਲੀ ਜਥੇਬੰਦੀ ਨਹੀਂ ਕਰ ਸਕਦੀ। ਵਰਲਡ ਸਿੱਖ ਪਾਰਲੀਮੈਂਟ ਦੇ ਉੱਤੇ ਆਉਂਦਾ ਉਹ ਸਾਰਾ ਦਾਰੋਮਦਾਰ, ਜਾਂ ਉਹ ਇੱਕ ਵਿਜ਼ਨ ਦੇ ਤੌਰ ਤੇ ਉਹਨੂੰ ਕਿਹਾ ਜਾ ਸਕਦਾ ਵੀ ਉਹ ਵਿਜ਼ਨਰੀ ਜਿਹੜੀ ਕੋਈ ਆਰਗੇਨਾਈਜੇਸ਼ਨ ਹੋ ਸਕਦੀ ਹੈ, ਤੇ ਉਹ ਫਿਰ ਵਰਲਡ ਸਿੱਖ ਪਾਰਲੀਮੈਂਟ ਵੱਲ ਨਜ਼ਰ ਜਾਂਦੀ ਹੈ। ਤੁਸੀਂ ਇਹਦੀ ਵਰਕਿੰਗ ਦੇ ਵਿੱਚ ਹੈਗੇ ਹੋ, ਸੋ ਕਿਵੇਂ ਦੇਖ ਰਹੇ ਹੋ ਜਾਂ ਕੀ ਕਹਿਣਾ ਚਾਹੋਗੇ ਵੀ ਇਹਦੀ ਕੀ ਅਸੀਂ ਉਸ ਸਟਰਕਚਰ ਜਾਂ ਉਸ ਲੈਵਲ ਦਾ ਸਟਰਕਚਰ ਖੜਾ ਕਰ ਸਕਦੇ ਹਾਂ? ਜੀ ਬਿਲਕੁਲ ਅਮਰਵੀਰ ਸਿੰਘ ਜੀ, ਬਹੁਤ ਵਧੀਆ ਕੁਐਸਚਨ ਤੁਹਾਡਾ ਹੈਗਾ ਆ। ਦੇਖੋ ਮੈਂ ਇਸੇ ਗੱਲ ਦੇ ਸੰਦਰਭ ਦੇ ਵਿੱਚ, ਜਿਵੇਂ ਪਿਛਲੇ ਦਿਨੀ ਕਨੈਕਟੀਕਟ ਦੇ ਵਿੱਚ ਹੀ ਕਸੋਵੋ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਅਲਵਨ ਕੁਰਤੀ, ਉਹਨਾਂ ਨਾਲ ਸਾਡਾ ਵਰਲਡ ਸਿੱਖ ਪਾਰਲੀਮੈਂਟ ਦੇ ਵਿਹਾਫ ਤੇ ਉਹਨਾਂ ਨਾਲ ਸਾਡੀ ਮਿਲਣੀ ਸੀਗੀ। ਸਾਨੂੰ ਸਾਰਿਆਂ ਨੂੰ ਪਤਾ ਵੀ ਉਹ ਵੀ ਰੈਫਰੈਂਡਮ ਦੇ ਨਾਲ ਉਹ ਕੰਟਰੀ ਹੋਂਦ ਵਿੱਚ ਆਇਆ ਆ, ਔਰ ਉਸ ਕੰਟਰੀ ਨੂੰ ਅਮਰੀਕਾ ਨੇ ਵੀ ਮਾਨਤਾ ਦਿੱਤੀ ਆ ਐਜ਼ ਅ ਕੰਟਰੀ। 92 ਮੁਲਕਾਂ ਸਟਿਲ ਇੰਡੀਆ ਨੇ ਨਹੀਂ ਦਿੱਤੀ ਹਲੇ ਤੱਕ। ਸੋ ਅਸੀਂ ਸਿੱਖ ਨੇਸ਼ਨ ਵੱਲੋਂ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਹਨਾਂ ਨੂੰ ਉੱਥੇ ਆਪਣੀ ਗੱਲਬਾਤ ਦੇ ਵਿੱਚ ਸਰਦਾਰ ਸਵਰਨਜੀਤ ਸਿੰਘ ਖਾਲਸਾ, ਜਿਹੜੇ ਸਾਡੇ ਕਨੈਕਟੀਕਟ ਤੋਂ ਸਿਟੀ ਕੌਂਸਲ ਆ, ਵਰਲਡ ਸਿੱਖ ਪਾਰਲੀਮੈਂਟ ਦੇ ਵੀ UNNGO ਕੌਂਸਲ ਦੇ ਮੈਂਬਰ ਆ, ਉਹਨਾਂ ਨੇ ਇਸ ਗੱਲ ਦੇ ਵਿੱਚ ਬੋਲਦੇ ਆ ਵੀ ਅਸੀਂ ਤੁਹਾਨੂੰ ਮਾਨਤਾ ਜਿਹੜੀ ਆ ਰੈਕੋਗਨਾਈਜ਼ ਕਰਦੇ ਆ ਵਰਲਡ ਸਿੱਖ ਪਾਰਲੀਮੈਂਟ ਵੱਲੋਂ, ਨਾਲੇ ਸਿੱਖ ਨੇਸ਼ਨ ਵੱਲੋਂ। ਸੋ ਐਸੇ ਤਰ੍ਹਾਂ ਕੁਝ ਇੱਕ ਕੰਟਰੀਆਂ ਦੇ ਨਾਲ ਹੋਰ ਵੀ ਤਾਲਮੇਲ ਅਸੀਂ ਵਧਾ ਰਹੇ ਹਾਂ। ਸੋ ਬੇਸਿਕਲੀ ਇਹਦੇ ਉੱਤੇ ਕੰਮ ਜਿਹੜਾ ਸਾਰੇ ਰੀਜਨਾਂ ਦੇ ਵਿੱਚ ਥੋੜਾ ਸਲੋ ਮੋਸ਼ਨ ਦੇ ਵਿੱਚ ਹੈਗਾ ਆ, ਉਹਨੂੰ ਰਫ਼ਤਾਰ ਦੇ ਵਿੱਚ ਲਿਆਉਣ ਦੇ ਲਈ ਸਾਡਾ ਵਿਜ਼ਿਟ ਕਰਨਾ ਸਾਰੇ ਰੀਜਨਾਂ ਦੇ ਵਿੱਚ ਗਲੋਬਲੀ, ਕਿ ਸਾਰੇ ਗੁਰਸਿੱਖ ਜਿਹੜੇ ਆ, ਤੇ ਅਪੀਲ ਵੀ ਅੱਜ ਅਸੀਂ ਕਰਦੇ ਹਾਂ TV 84 ਦੇ ਮਾਧਿਅਮ ਰਾਹੀਂ। ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਿਕਲਾਂਗੇ ਬਾਹਰ ਸਾਰੇ, ਕਿ ਇਸੇ ਸੰਦਰਭ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਜੁੜੋ, ਤਾਲਮੇਲ ਰੱਖੋ, ਔਰ ਜਿਹੜਾ ਕਮਿਊਨੀਕੇਸ਼ਨ ਆ ਉਹ ਅਸੀਂ ਬਹੁਤ ਸਾਰੀਆਂ ਕੰਟਰੀਆਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਅਸੀਂ ਤਾਲਮੇਲ ਬਣਾ ਰਹੇ ਹਾਂ। ਸੋ ਉਹਦੇ ਵਿੱਚ ਸਾਡੇ ਕੋਲ ਜਿਹੜੇ ਡਾਕਟਰ ਅਮਰਜੀਤ ਸਿੰਘ ਹੁਣੀ ਸਾਡੇ ਨਾਲ ਹੀ ਬੈਠੇ ਆ, ਰਣਜੀਤ ਸਿੰਘ ਸਰਾਏ UK ਤੋਂ, ਬੜੇ ਸੂਝਵਾਨ ਗੁਰਸਿੱਖ ਆ, ਜਿਹੜੇ ਕਈ ਨਾਮ ਆਪਾਂ ਮੈਂਸ਼ਨ ਕਰ ਸਕਦੇ, ਜਿਹੜੇ ਬਲੂ ਪ੍ਰਿੰਟ ਬਣਾ ਕੇ ਸੋ ਉਸ ਵਿਸ਼ੇ ਦੇ ਉੱਤੇ ਡੈਡੀਕੇਟ ਹੋ ਕੇ ਆਪਾਂ ਕੰਮ ਕਰਾਂਗੇ, ਔਰ ਕੋਈ ਨਾ ਕੋਈ ਨਤੀਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਨੂੰ ਤਵੱਜੋ ਦੇਣ ਦੀ ਲੋੜ ਆ। ਵਰਲਡ ਸਿੱਖ ਪਾਰਲੀਮੈਂਟ ਕੋਲ ਬਹੁਤ ਪਲਾਨ ਆ ਜੀ, ਜਿਨ੍ਹਾਂ ਉੱਤੇ ਕੰਮ ਕਰਕੇ ਅਸੀਂ ਆਪਣੀ ਕੌਮੀ ਮੰਜ਼ਿਲ ਵੱਲ ਨੂੰ, ਕੌਮੀ ਘਰ ਵੱਲ ਨੂੰ ਥੋੜੇ ਸਮਿਆਂ ਦੇ ਵਿੱਚ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਸੋ ਬਖਸ਼ਿਸ਼ ਸਤਿਗੁਰਾਂ ਨੇ ਕਰਨੀ ਆ, ਕੌਮੀ ਘਰ ਕਦੋਂ ਪ੍ਰਾਪਤ ਹੋਣਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਨੋ ਡਾਊਟ ਕਿ ਇਹਦੇ ਵਾਸਤੇ ਬਹੁਤ ਸਾਰੇ ਤੁਹਾਨੂੰ ਜਿਹੜੇ ਐਸਿਡ ਫੰਡ ਦੀ ਵੀ ਲੋੜ ਹੁੰਦੀ ਆ, ਤੁਹਾਨੂੰ ਵਲੰਟੀਅਰ ਦੀ ਲੋੜ ਹੁੰਦੀ ਆ ਜੀ। ਸੋ ਹਰ ਫੀਲਡ ਦੇ ਵਿੱਚ 10 ਕੌਂਸਲਾਂ ਆ, ਆਪਾਂ ਅੱਗੇ ਵੀ ਬਹੁਤ ਵਾਰੀ ਡਿਸਕਸ਼ਨ ਕਰ ਚੁੱਕੇ ਆ। ਰਿਲੀਜੀਅਸ ਕੌਂਸਲ ਆ, ਐਜੂਕੇਸ਼ਨ ਕੌਂਸਲ ਆ, ਜਿਹੜੀ ਫਾਈਨੈਂਸ ਕੌਂਸਲ ਆ, ਸੈਲਫ ਡਿਟਰਮੀਨੇਸ਼ਨ ਕੌਂਸਲ ਆ, ਹਰ ਇੱਕ ਕੌਂਸਲ ਦਾ ਆਪਣਾ ਫੀਲਡ ਆ। ਸੋ ਹਿਊਮੈਨਿਟੇਰੀਅਨ ਦੇ ਉੱਤੇ ਜਿਹੜੀ ਵੈਲਫੇਅਰ ਕੌਂਸਲ ਆ, ਉਹਦੇ ਵਿੱਚ ਵੀ
ਤਾਂ ਜੇ ਕੋਈ ਗੁਰਸਿੱਖ ਕਿਸੇ ਵੀ ਕੰਟਰੀ 'ਚ ਹੋਣ ਤਾਲਮੇਲ ਰੱਖ ਸਕਦੇ ਆ। ਵਰਲਡ ਸਿੱਖ ਪਾਰਲੀਮੈਂਟ ਦੀ ਵੈਬਸਾਈਟ ਹੈਗੀਆਂ, ਪੇਜ ਹੈਗੇ ਆ, ਇੰਸਟਾਗ੍ਰਾਮ ਤੇ ਹੈਗੇ, ਟਵਿੱਟਰ ਤੇ ਹੈਗੇ ਅਕਾਊਂਟ, ਤੁਸੀਂ ਰਾਬਤਾ ਕਾਇਮ ਕਰੋ। ਤੇ ਅਸੀਂ ਚਾਹੁੰਦੇ ਆ ਵੀ ਚਾਹੇ ਉਹ ਸਾਰੀਆਂ ਜਥੇਬੰਦੀਆਂ ਹਨ, ਅਸੀਂ ਸਾਰਿਆਂ ਦੇ ਨਾਲ ਤਾਲਮੇਲ ਰੱਖ ਕੇ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਪੈਰਲਲ, ਇੱਕ ਗੌਰਮੈਂਟ ਦੀ ਤਰ੍ਹਾਂ ਐਕਟ ਕਰੇ, ਤਾਂ ਉਸ ਕੱਦ ਤੱਕ ਲਿਆਉਣ ਲਈ ਪੰਥ ਦਾ ਸਹਿਯੋਗ ਜ਼ਰੂਰ ਸਾਨੂੰ ਚਾਹੀਦਾ ਆ। ਜਿਹੜਾ ਤੁਹਾਡਾ ਸਵਾਲ ਸੀ ਉਹਦੇ ਉੱਤੇ ਅਸੀਂ ਛੋਟੀਆਂ ਛੋਟੀਆਂ ਘੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੁੜਦੀਆਂ ਜਾਣਗੀਆਂ। ਅਸੀਂ ਉਸ ਪਾਸੇ ਨੂੰ ਵੱਧ ਰਹੇ ਹਾਂ ਕੰਮ ਕਰ। ਜੀ ਬਿਲਕੁਲ। ਦੇਖੋ, ਮੈਂ ਐਡ ਕਰਾਂ ਕਿ ਵਰਲਡ ਸਿੱਖ ਪਾਰਲੀਮੈਂਟ ਜਿਵੇਂ 2015 ਦੇ ਸਰਬੱਤ ਖਾਲਸਾ ਦੇ ਮਤੇ ਚੋਂ ਨਿਕਲਦੀ ਹੈ, ਔਰ ਪਹਿਲੇ 2-3 ਸਾਲ ਉਸਦੇ ਸਟਰਕਚਰ ਨੂੰ ਆਰਗੇਨਾਈਜ਼ ਕਰਨ ਲਈ ਇੱਕ ਬੜੀ ਵੱਡੀ ਕਨਵੈਨਸ਼ਨ ਜਿਹੜੀ ਨਿਊਯਾਰਕ 'ਚ ਹੋਈ, ਜਿਹਦੇ 'ਚ ਕਿ ਆਲਮੋਸਟ 15-20 ਮੁਲਕਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਲੇਕਿਨ ਅਨਫੋਰਚੂਨੇਟਲੀ ਕੋਵਿਡ ਦੇ ਚੱਲਦਿਆਂ 2 ਸਾਲ ਕੋਈ ਐਕਟੀਵਿਟੀ ਨਹੀਂ ਹੋਈ। ਹੁਣ ਕਿਉਂਕਿ ਇਸ ਵਰ੍ਹੇ ਦੇ ਵਿੱਚ ਜਿਵੇਂ ਭਾਈ ਹਿੰਮਤ ਸਿੰਘ ਨੇ ਦੱਸਿਆ ਕਿ ਵਰਲਡ ਸਿੱਖ ਕੌਂਸਲ ਇੱਕ ਵੱਡਾ ਪਲੇਗਰਾਊਂਡ ਹੈ, ਜਿਹਦੇ 'ਚ ਇੱਕ ਪਾਸੇ ਬਾਸਕਟਬਾਲ ਵੀ ਖੇਡਿਆ ਜਾ ਸਕਦਾ ਹੈ, ਫੁੱਟਬਾਲ ਵੀ ਹੈ, ਬੈਡਮਿੰਟਨ ਵੀ ਹੈ। ਸੋ ਇਹ ਜਿਹੜੀਆਂ ਅਸੀਂ ਇਕੱਲਾ ਇੱਕ ਪਾਰਲੀਮੈਂਟ ਵਾਂਗ, ਪਾਰਲੀਮੈਂਟ ਦਾ ਜਦੋਂ ਲਫ਼ਜ਼ ਕਿਹਾ ਜਾਂਦਾ ਬਹੁਤ ਵਾਰੀ ਲਾਅ ਮੇਕਿੰਗ ਬਾਡੀ ਹੈ, ਲੈਜਿਸਲੇਚਰ ਹੈ, ਪਰ ਵਰਲਡ ਸਿੱਖ ਪਾਰਲੀਮੈਂਟ ਹਰ ਲੈਵਲ ਦੇ ਉੱਤੇ ਜਿਹੜਾ ਹੈ ਉਹਨਾਂ ਦੀਆਂ, ਜਿਵੇਂ ਇਹਨਾਂ ਨੇ ਕੌਂਸਲਸ ਦਾ ਜ਼ਿਕਰ ਕੀਤਾ ਹੈ ਕਿ ਇਸ ਲੈਵਲ ਦੇ ਉੱਤੇ ਕੰਮ ਚੱਲ ਰਿਹਾ ਹੈ, ਔਰ ਇਸ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਆਲਰੇਡੀ ਚੈਪਟਰ ਐਸਟੈਬਲਿਸ਼ ਹੋਏ ਨੇ। ਇੱਕ ਥੋੜਾ ਜਿਹਾ ਡਿਲੇ ਪੰਜਾਬ ਦੇ ਹਵਾਲੇ ਨਾਲ ਵੀ ਹੋਇਆ, ਕਿਉਂਕਿ ਅੱਧੇ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਦੇ ਡਾਇਸਪੋਰਾ 'ਚੋਂ ਹੋਣੇ ਨੇ, ਅੱਧੇ ਪੰਜਾਬ 'ਚੋਂ ਹੋਣੇ ਨੇ। ਤੇ ਪੰਜਾਬ ਦੇ ਵਿੱਚ ਕਿਸਾਨ ਲਹਿਰ, ਉਸ ਦੇ ਨਾਲ ਹੀ ਪਹਿਲਾਂ ਬਰਗਾੜੀ ਮੋਰਚਾ ਚੱਲ ਰਿਹਾ ਸੀ, ਜੋ ਉੱਥੋਂ ਦੇ ਸਾਡੇ ਨੁਮਾਇੰਦੇ ਪ੍ਰਭਾਵ ਨਹੀਂ ਸੀ ਦੇਣਾ ਚਾਹੁੰਦੇ ਕਿ ਭਾਈ ਅਸੀਂ ਜਿਹੜੀ ਚੀਜ਼ ਆਲਰੇਡੀ ਚੱਲ ਰਹੀ ਹੈ ਉਹਦੇ 'ਚ ਕੋਈ ਜਿਹੜਾ ਉਹਦੇ ਕੋਈ ਰਸਤੇ ਨੂੰ ਰੋਕ ਰਹੇ ਹੈ। ਹੁਣ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਵੀ ਬੇਸ਼ੱਕ ਰਿਪਰੈਸ਼ਨ ਵਾਲਾ ਤੇਜ਼ੀ ਨਾਲ ਬਣਿਆ ਹੈ, ਇਸ ਵੇਲੇ ਸਭ ਤੋਂ ਜ਼ਿਆਦਾ ਲੋੜ ਹੋਏਗੀ ਕਿ ਸਾਡੇ ਪੰਜਾਬ 'ਚੋਂ ਵੀ ਜਿਹੜੇ ਨੁਮਾਇੰਦੇ ਨੇ, ਪੰਜਾਬ ਦਾ ਮਤਲਬ ਹੈ ਕਿ ਸਾਰੇ ਬਾਕੀ ਭਾਰਤ ਦੇ ਸੂਬਿਆਂ 'ਚੋਂ ਵੀ, ਔਰ ਬਹੁਤ ਜਲਦੀ ਅਸੀਂ ਇਹ ਜਿਹੜਾ ਇਸ ਨੂੰ ਮਾਰ ਕੀਤਾ ਹੋਇਆ 2022 ਦਾ ਵਰ੍ਹਾ, ਅਗਲੇ 6 ਮਹੀਨਿਆਂ ਦੇ ਵਿੱਚ ਅਸੀਂ ਟਰੈਵਲ ਅਰਾਊਂਡ ਵੀ ਕਰਾਂਗੇ, ਥਾਂ ਚੈਪਟਰ ਜਿਹੜੇ ਨੇ ਉਹਨਾਂ ਨੂੰ ਫਾਈਨਲ ਸ਼ੇਪ ਦੇ ਕੇ, ਔਰ ਹਰ ਕੰਟੀਨੈਂਟ ਦੇ ਵਿੱਚ ਜਿਹੜਾ ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ, ਏਸ਼ੀਆ ਦੇ ਵਿੱਚ ਜਿਹੜਾ ਅਸੀਂ ਆਪਣਾ ਕੰਮ ਸ਼ੁਰੂ ਕਰ ਰਹੇ ਹਾਂ ਬੜੇ ਜ਼ੋਰ ਸ਼ੋਰ ਦੇ ਨਾਲ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਉਮੀਦ ਵੀ ਹੈ ਤੇ ਆਸ ਵੀ ਹੈ ਵੀ ਇਸ ਪਾਰਟ ਨੂੰ ਅੱਗੇ ਤੋਰਿਆ ਜਾ ਸਕੇ, ਤੇ ਜਿਹੜੇ ਇਹ ਸਟੈਪਸ ਨੇ ਅਮਰੀਕਾ ਤੋਂ ਭਾਵੇਂ ontario ਤੋਂ ਰੈਕਗਨੀਸ਼ਨ ਹੋਵੇ 1984 ਦੀ, ਕਨੈਟਿਕਟ ਸੂਬਾ ਹੋਵੇ, ਪੈਨਸਿਲਵੇਨੀਆ, ਕੈਲੀਫੋਰਨੀਆ, ਕਈ ਸ਼ਹਿਰਾਂ ਦੇ ਜਿਹੜੇ ਮੇਅਰਸ ਨੇ ਇਹਨਾਂ ਨੂੰ ਅੱਗੇ ਤੋਰਿਆ ਜਾ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਦੀ ਪੈਨਲ ਡਿਸਕਸ਼ਨ ਜ਼ਰੂਰ ਪਸੰਦ ਆਈ ਹੋਵੇਗੀ, ਤੇ ਆਪ ਜੀ ਆਪਣਾ ਸੁਝਾਅ, ਤੁਹਾਡੀ ਫੀਡਬੈਕ ਸਾਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਸਾਡੇ ਚੈਨਲ ਦੇ ਜਿਹੜੇ ਪਲੇਟਫਾਰਮ ਹੈ, ਸਾਡੀ ਵੈਬਸਾਈਟ ਰਾਹੀਂ ਸਾਡੇ ਤੱਕ ਪੁੱਜਦੀ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਇੱਥੇ ਹੀ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।